हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 10ਵੀਂ ਐਸੇ ਮਾਈ ਗ੍ਰੇਟੈਸਟ 올림픽 ਪ੍ਰਾਈਜ਼ ਜਿਸ ਨੂੰ ਕਿ ਜੈਸੀ ਓਵਨਸ ਨੇ ਲਿਖਿਆ ਹੋਇਆ ਹੈ। ਇਸ ਚੈਪਟਰ ਦੇ ਅੱਜ ਅਸੀਂ ਮਲਟੀਪਲ ਚੁਆਇਸ ਕੁਐਸਚਨ ਆਨਸਰਸ ਅਤੇ ਸ਼ਾਰਟ ਆਨਸਰ ਟਾਈਪ ਕੁਐਸਚਨ ਆਨਸਰਸ ਕਵਰ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਤੀਸਰਾ ਵੀਡੀਓ ਹੋਏਗਾ। ਸਟੂਡੈਂਟਸ, ਅਸੀਂ ਇਸ ਚੈਪਟਰ ਦੀ ਸੀਰੀਜ਼ ਦੇ ਪਹਿਲੇ ਵੀਡੀਓ ਦੇ ਵਿੱਚ ਇਸ ਚੈਪਟਰ ਦੇ ਰਾਈਟਰ ਜੈਸੀ ਓਵਨਸ ਬਾਰੇ ਜੋ ਇੰਟਰੋਡਕਟਰੀ ਪੈਰਾਗ੍ਰਾਫ ਹੈ ਉਹ ਕਵਰ ਕੀਤਾ ਹੈ ਅਤੇ ਨਾਲ ਹੀ ਇਸ ਚੈਪਟਰ ਦੇ ਪਹਿਲੇ 5 ਪੈਰਾਗ੍ਰਾਫ ਨੂੰ ਐਕਸਪਲੇਨ ਕੀਤਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਹ ਵੀਡੀਓ ਦੇਖਿਆ ਹੋਵੇਗਾ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਵੀਡੀਓ ਦਾ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹਾਂ। ਇਸੇ ਤਰ੍ਹਾਂ ਇਸ ਚੈਪਟਰ ਦੇ ਬਾਕੀ ਹਿੱਸੇ ਨੂੰ ਮੈਂ ਇਸ ਚੈਪਟਰ ਦੇ ਬਣਾਏ ਹੋਏ ਦੂਸਰੇ ਵੀਡੀਓ ਦੇ ਵਿੱਚ ਐਕਸਪਲੇਨ ਕੀਤਾ ਹੈ। ਮੈਂ ਇਸ ਚੈਪਟਰ ਦੇ ਜਿੰਨੇ ਵੀ ਡਿਫਿਕਲਟ ਵਰਡਸ ਆਏ ਨੇ ਉਹ ਨਾਲੋਂ ਨਾਲ ਐਕਸਪਲੇਨ ਤਾਂ ਕੀਤੇ ਹੀ ਹਨ ਅਤੇ ਨਾਲ ਹੀ ਇਸ ਚੈਪਟਰ ਦੇ ਐਂਡ ਦੇ ਵਿੱਚ ਦਿੱਤੀ ਹੋਏ ਜੋ ਨੋਟਸ ਨੇ ਉਹਨਾਂ ਨੂੰ ਵੀ ਮੈਂ ਤੁਹਾਨੂੰ ਚੈਪਟਰ ਦੇ ਨਾਲ ਪੂਰੀ ਤਰ੍ਹਾਂ ਐਕਸਪਲੇਨ ਕੀਤਾ ਹੈ। ਉਮੀਦ ਹੈ ਬੱਚਿਓ ਤੁਸੀਂ ਇਹ ਵਾਲਾ ਵੀਡੀਓ ਵੀ ਦੇਖਿਆ ਹੋਵੇਗਾ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਵੀਡੀਓ ਦਾ ਲਿੰਕ ਵੀ ਪ੍ਰੋਵਾਈਡ ਕਰ ਰਿਹਾ ਹਾਂ ਜਿਸ ਤੇ ਜਾ ਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ। ਸਟੂਡੈਂਟਸ, ਅੱਜ ਵਾਲੇ ਵੀਡੀਓ ਦੇ ਵਿੱਚ ਅਸੀਂ ਇਸ ਚੈਪਟਰ ਦੇ ਟੈਕਸਟ ਤੋਂ ਬਾਅਦ ਜੋ ਕੰਪਰੀਹੈਂਸ਼ਨ ਨੰਬਰ 1 ਦੇ ਵਿੱਚ ਐਕਸਰਸਾਈਜ਼ਸ ਨੇ ਉਹ ਡਿਸਕਸ ਕਰਾਂਗੇ। ਇਹਦੇ ਵਿੱਚ ਬੱਚਿਓ ਤੁਹਾਡੇ ਕੋਲੇ ਮਲਟੀਪਲ ਚੁਆਇਸ ਕੁਐਸਚਨ ਨੇ, ਜਿਵੇਂ ਕਿ ਤੁਸੀਂ ਕੰਪਰੀਹੈਂਸ਼ਨ 1 ਦੇ ਵਿੱਚ ਟੋਟਲ 5 ਮਲਟੀਪਲ ਚੁਆਇਸ ਕੁਐਸਚਨਸ ਦੇਖ ਪਾ ਰਹੇ ਹੋ। ਇਸੇ ਤਰ੍ਹਾਂ ਕੰਪਰੀਹੈਂਸ਼ਨ ਨੰਬਰ 2 ਐਕਸਰਸਾਈਜ਼ ਦੇ ਵਿੱਚ ਵੀ ਤੁਹਾਡੇ ਕੋਲੇ 4 ਮਲਟੀਪਲ ਚੁਆਇਸ ਕੁਐਸਚਨਸ ਨੇ। ਤਾਂ ਇਸ ਚੈਪਟਰ ਦੇ ਵਿੱਚ ਐਕਚੁਅਲੀ 9 ਮਲਟੀਪਲ ਚੁਆਇਸ ਕੁਐਸਚਨਸ ਨੇ। ਆਪਾਂ ਇਹ ਸਾਰੇ ਕੁਐਸਚਨ ਆਨਸਰਸ ਡਿਸਕਸ ਕਰਾਂਗੇ। ਸਟੂਡੈਂਟਸ, ਇਸ ਚੈਪਟਰ ਦੇ ਵਿੱਚ ਸ਼ਾਰਟ ਆਨਸਰ ਟਾਈਪ ਕੁਐਸਚਨਸ ਨਹੀਂ ਦਿੱਤੇ ਗਏ, ਪਰੰਤੂ ਤੁਹਾਨੂੰ ਐਗਜ਼ਾਮ ਦੇ ਵਿੱਚ ਡੀਅਰ ਟੂ ਆਲ ਦਾ ਮਿਊਜ਼ਿਕ ਵਾਲੇ ਚੈਪਟਰਸ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਪੁੱਛੇ ਜਾਂਦੇ ਨੇ। ਤਾਂ ਮੈਂ ਆਪਣੇ ਵੱਲੋਂ ਇੰਪੋਰਟੈਂਟ ਸ਼ਾਰਟ ਆਨਸਰ ਟਾਈਪ ਕੁਐਸਚਨਸ ਤਿਆਰ ਕੀਤੇ ਨੇ, ਉਹ ਵੀ ਅਸੀਂ ਮਲਟੀਪਲ ਚੁਆਇਸ ਕੁਐਸਚਨਸ ਤੋਂ ਬਾਅਦ ਡਿਸਕਸ ਕਰਾਂਗੇ। ਤਾਂ ਸਟੂਡੈਂਟਸ, ਤੁਹਾਡੇ ਚੈਪਟਰ ਦੇ ਟੈਕਸਟ ਦੇ ਐਂਡ ਤੇ ਜੋ ਨੋਟਸ ਦਿੱਤੇ ਹੋਏ ਨੇ ਉਸ ਤੋਂ ਬਾਅਦ ਕੰਪਰੀਹੈਂਸ਼ਨ ਨੰਬਰ 1 ਐਕਸਰਸਾਈਜ਼ ਦਿੱਤੀ ਹੈ ਜਿਸ ਦੇ ਵੀ ਸਾਡੇ ਕੁਐਸਚਨ ਆਨਸਰ ਸਟਾਰਟ ਹੁੰਦੇ ਹੈ। ਤਾਂ ਪਹਿਲਾਂ ਅਸੀਂ ਪੜ੍ਹ ਲੈਂਦੇ ਹਾਂ ਜੀ ਕਿ ਆਨਸਰ ਦਾ ਫੋਲੋਇੰਗ ਕੁਐਸਚਨਸ ਬਾਈ ਚੂਜ਼ਿੰਗ ਦਾ ਰਾਈਟ ਆਲਟਰਨੇਟਿਵ ਅੰਡਰ ਈਚ। ਤਾਂ ਸਾਨੇ ਜੋ ਸਹੀ ਆਨਸਰ ਹੈ ਉਹ ਚੂਜ਼ ਕਰਨਾ ਹੈ ਜੀ। ਕੁਝ ਕੁਐਸਚਨ ਦਿੱਤੇ ਹੋਏ ਨੇ ਤੇ ਉਹਨਾਂ ਦੇ 3 ਆਨਸਰ ਸਾਨੂੰ ਦਿੱਤੇ ਹੋਏ ਨੇ। ਆਪਾਂ ਨੇ ਜੋ ਉਸ ਦਾ ਸਹੀ ਆਨਸਰ ਹੈ ਉਹ ਚੂਜ਼ ਕਰਨਾ ਹੈ। ਤਾਂ ਸਟੂਡੈਂਟ, ਸਾਨੂੰ ਕੁਐਸਚਨ ਤੋਂ ਹੀ ਕਲੀਅਰ ਹੋ ਗਿਆ ਕਿ ਇਹ ਮਲਟੀਪਲ ਚੁਆਇਸ ਟਾਈਪ ਕੁਐਸਚਨਸ ਨੇ। ਤਾਂ ਅਸੀਂ ਇੱਕ ਕਰਕੇ ਲੈਣੇ ਜੀ। ਸਾਡਾ ਪਹਿਲਾ ਕੁਐਸਚਨ ਹੈ ਕਿ which of the following shows Hitler's belief in the master race theory। ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਹੈ ਜਿਸ ਤੋਂ ਸਾਨੂੰ ਐਡੋਲਫ ਹਿਟਲਰ ਦੀ ਮਾਸਟਰ ਰੇਸ ਥਿਓਰੀ ਦੇ ਬਾਰੇ ਸਾਨੂੰ ਉਸ ਦਾ ਜੋ ਵਿਸ਼ਵਾਸ ਹੈ ਉਸ ਦੇ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਤਾਂ ਬੱਚਿਓ, ਚੈਪਟਰ ਦੇ ਬਿਲਕੁਲ ਸ਼ੁਰੂ 'ਚ ਇੰਟਰੋਡਕਟਰੀ ਪੈਰਾਗ੍ਰਾਫ ਦੇ ਵਿੱਚ ਹੀ ਮਾਸਟਰ ਰੇਸ ਥਿਓਰੀ ਦਾ ਜ਼ਿਕਰ ਆਉਂਦਾ ਹੈ, ਜਿਸ ਤੋਂ ਸਾਨੂੰ ਇਹ ਪਤਾ ਲੱਗਿਆ ਸੀ ਕਿ ਐਡੋਲਫ ਹਿਟਲਰ ਇਹ ਸਮਝਦਾ ਸੀ ਕਿ ਪੂਰੀ ਦੁਨੀਆ ਦੇ ਲੋਕਾਂ ਨਾਲੋਂ ਜਰਮਨ ਲੋਕ ਸਭ ਤੋਂ ਸੁਪੀਰੀਅਰ ਨੇ, ਜਰਮਨ ਰੇਸ ਸਭ ਤੋਂ ਵਧੀਆ। ਤਾਂ ਅਸੀਂ ਕੀ ਕਰਕੇ ਆਨਸਰ ਦੇਖਦੇ ਹਾਂ ਜੀ। ਤਾਂ ਇਹ ਆਨਸਰ ਹੈ ਕਿ ਹੀ ਆਰਗੇਨਾਈਜ਼ ਦਾ 올림픽 ਗੇਮਸ ਇਨ ਜਰਮਨੀ। ਤਾਂ ਪਹਿਲਾ ਆਨਸਰ ਤਾਂ ਇਹ ਦਿੱਤਾ ਹੋਇਆ ਹੈ ਜੀ ਕਿ ਐਡੋਲਫ ਹਿਟਲਰ ਨੇ ਜਰਮਨੀ ਦੇ ਵਿੱਚ ਬਰਲਿਨ ਦੇ ਵਿੱਚ 올림픽 ਗੇਮਸ ਚਲਵਾਈਆਂ। 1936 ਈਸਵੀ ਦੇ ਵਿੱਚ ਬੱਚਿਓ ਇਹ ਬਰਲਿਨ 올림픽ਸ ਹੋਈਆਂ ਸੀ। ਇਹ ਤਾਂ ਨਹੀਂ ਆਨਸਰ ਮਾਸਟਰ ਰੇਸ ਥਿਓਰੀ ਦੇ ਨਾਲ ਮੇਲ ਖਾਂਦਾ, ਕਿਉਂਕਿ ਸਾਨੂੰ ਪਤਾ ਹੈ ਕਿ 올림픽 ਗੇਮਸ ਹਰ 4 ਸਾਲ ਬਾਅਦ ਹੁੰਦੀਆਂ ਨੇ। ਤਾਂ ਇਹ ਤਾਂ ਆਨਸਰ ਨਹੀਂ ਸਹੀ। ਦੂਸਰਾ ਆਨਸਰ ਹੈ ਜੀ ਹੀ ਰਿਪੀਟਡਲੀ ਸੈਡ ਦੈਟ ਦਾ ਜਰਮਨਸ ਵਰ ਸੁਪੀਰੀਅਰ ਟੂ ਆਲ ਅਦਰ ਰੇਸਿਸ। ਤਾਂ ਉਹ ਬਾਰ-ਬਾਰ ਕਹਿੰਦਾ ਸੀ ਕਿ ਜਿਹੜੇ ਜਰਮਨਸ ਨੇ ਉਸ ਦੇ ਦੇਸ਼ ਦੇ ਜੋ ਜਰਮਨੀ ਦੇ ਲੋਕ ਨੇ ਉਹ ਸਾਰੀਆਂ ਰੇਸਿਸ ਨਾਲੋਂ, ਸਾਰੀਆਂ ਨਸਲਾਂ ਨਾਲੋਂ ਸੁਪੀਰੀਅਰ ਨੇ। ਤਾਂ ਇਹ ਇੰਟਰੋਡਕਟਰੀ ਪੈਰਾਗ੍ਰਾਫ ਦੇ ਵਿੱਚ ਅਸੀਂ ਬੱਚਿਓ ਦੇਖਿਆ ਸੀ ਕਿ ਇਹੀ ਆਨਸਰ ਹੈ। ਤਾਂ ਅਸੀਂ ਬੀ ਆਨਸਰ ਹੀ ਟਿਕ ਲਾਵਾਂਗੇ, ਲੇਕਿਨ ਅਸੀਂ ਪਹਿਲਾਂ ਸੀ ਆਨਸਰ ਵੀ ਦੇਖ ਲੈਂਦੇ ਹਾਂ। ਤਾਂ ਸੀ ਆਨਸਰ ਹੈ ਕਿ ਹੀ ਹੋਪ ਦੈਟ ਦਾ ਜਰਮਨ ਐਥਲੀਟਸ ਵੁੱਡ ਵਿਨ ਆਲ ਦਾ ਇਵੈਂਟਸ ਐਟ ਦਾ 올림픽। ਤਾਂ ਉਹ ਇਹ ਆਸ ਕਰਦਾ ਸੀ ਕਿ ਜਰਮਨ ਐਥਲੀਟਸ 올림픽ਸ ਦੇ ਇਵੈਂਟਸ ਦੇ ਵਿੱਚ ਸਾਰੇ ਮੈਡਲ ਜਿੱਤ ਜਾਣਗੇ। ਤਾਂ ਬੱਚਿਓ, ਜਿਹੜਾ ਸਾਡਾ ਸੀ ਆਨਸਰ ਹੈ ਨਾ, ਐਕਚੁਅਲੀ ਇਹ ਬੀ ਆਨਸਰ ਦੇ ਨਾਲ ਹੀ ਜੁੜਦਾ ਹੈ, ਕਿਉਂਕਿ ਹਿਟਲਰ ਮਾਸਟਰ ਰੇਸ ਥਿਓਰੀ ਦੇ ਵਿੱਚ ਵਿਸ਼ਵਾਸ ਕਰਦਾ ਸੀ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਉਹ ਬੀ ਹੀ ਹੈ। ਤਾਂ ਅਸੀਂ ਹਿਟਲਰ ਦੀ ਜੋ ਮਾਸਟਰ ਰੇਸ ਥਿਓਰੀ ਤੇ ਜਿਹੜੀ ਉਸ ਦੀ ਬਿਲੀਫ ਹੈ ਉਸ ਦਾ ਆਨਸਰ ਅਸੀਂ ਬੀ ਦੇ ਵਿੱਚ ਹੀ ਟਿਕ ਕਰਾਂਗੇ। ਸੈਕਿੰਡ ਕੁਐਸਚਨ ਹੈ ਜੀ ਕਿ ਵਟ ਮੇਡ ਓਵਨਸ ਡਿਟਰਮਿਨ ਟੂ ਬੀਟ ਲੌਂਗ ਇਨ ਦਾ ਲੌਂਗ ਜੰਪ। ਕਿਹੜੀ ਚੀਜ਼ ਨੇ ਜੈਸੀ ਓਵਨਸ ਨੂੰ ਡਿਟਰਮਿਨ ਕਰਤਾ। ਡਿਟਰਮਿਨ ਦਾ ਮਤਲਬ ਕਿ ਉਹ ਪੂਰੀ ਤਰ੍ਹਾਂ ਮਨੋਂ ਉਸਨੇ ਸੰਕਲਪ ਲੈ ਲਿਆ ਕਿ ਉਹ ਲੂਜ਼ ਲੌਂਗ ਨੂੰ ਲੌਂਗ ਜੰਪ ਦੇ ਵਿੱਚ ਬੀਟ ਕਰੇਗਾ।
ਤਾਂ ਬੱਚੇ ਤੁਹਾਨੂੰ ਪਤਾ ਹੈ ਟਰਾਇਲਸ ਦੇ ਦੌਰਾਨ ਜੈਸੀ ਓਵਨਸ ਨੇ ਲੋਂਗ ਨੂੰ ਦੇਖਿਆ ਸੀ ਕਿ ਉਹ ਲਗਾਤਾਰ ਪ੍ਰੈਕਟਿਸ ਮੈਚ ਹੀ 26 ਫੀਟ ਦੀ ਜੰਪ ਲਾ ਰਿਹਾ ਸੀ ਤੇ ਉਸ ਨੂੰ ਇਹ ਵੀ ਪਤਾ ਲੱਗਿਆ ਕਿ ਲੂਜ਼ ਲੌਂਗ ਜਰਮਨੀ ਦਾ ਹੈ। ਤਾਂ ਉਸ ਨੂੰ ਲੱਗਿਆ ਕਿ ਜੇਕਰ ਮੈਂ ਲੂਜ਼ ਲੌਂਗ ਤੋਂ ਹਾਰ ਗਿਆ ਤਾਂ ਇਹ ਤਾਂ ਫਿਰ ਹਿਟਲਰ ਦੀ ਮਾਸਟਰ ਰੇਸ ਥਿਊਰੀ ਦੀ ਜਿੱਤ ਹੋਏਗੀ। ਇਸ ਕਰਕੇ ਜੈਸੀ ਓਵਨਸ ਲੂਜ਼ ਲੌਂਗ ਤੋਂ ਹਾਰਨਾ ਨਹੀਂ ਸੀ ਚਾਹੁੰਦਾ। ਤਾਂ ਅਸੀਂ ਆਨਸਰਸ ਇੱਕ ਵਾਰੀ ਦੇਖਦੇ ਹਾਂ ਬੱਚਿਓ। ਤਾਂ ਪਹਿਲਾ ਆਨਸਰ ਹੈ ਕਿ ਲੌਂਗ ਵਾਜ਼ ਹਿਟਲਰ ਸਰਪ੍ਰਾਈਜ਼ ਪੈਕੇਟ ਫॉर द ਓਲੰਪਿਕਸ। ਇਹ ਗੱਲ ਸਹੀ ਜ਼ਰੂਰ ਹੈ ਕਿ ਹਿਟਲਰ ਨੇ ਲੂਜ਼ ਲੌਂਗ ਨੂੰ ਇੱਕ ਸਰਪ੍ਰਾਈਜ਼ ਪੈਕੇਟ ਦੇ ਤੌਰ ਤੇ ਓਲੰਪਿਕ ਦੇ ਵਿੱਚ ਉਤਾਰਿਆ ਸੀ। ਪਹਿਲਾਂ ਲੂਜ਼ ਲੌਂਗ ਕਾਫੀ ਸਾਰੇ ਟੂਰਨਾਮੈਂਟ ਦੇ ਵਿੱਚ ਨਹੀਂ ਸੀ ਗਿਆ, ਲੇਕਿਨ ਓਲੰਪਿਕ ਦੇ ਵਿੱਚ ਹਿਟਲਰ ਨੇ ਉਸ ਨੂੰ ਉਤਾਰਿਆ ਸੀ। ਇਹ ਆਨਸਰ ਸਹੀ ਤਾਂ ਹੈ, ਪਰ ਇਹ ਕੁਐਸਚਨ ਦਾ ਆਨਸਰ ਸਹੀ ਹੈ ਇਹ ਆਪਾਂ ਬਾਅਦ ਚ ਦੇਖਦੇ ਹਾਂ। ਤਾਂ ਪਹਿਲਾਂ ਅਸੀਂ ਬੀ ਆਨਸਰ ਦੇਖਦੇ ਹਾਂ ਕਿ ਇਫ ਹੀ ਲੋਸ ਟੂ ਲੌਂਗ ਦ ਨਾਜ਼ੀਜ਼ ਵੁੱਡ ਫੀਲ ਈਵਨ ਮੋਰ ਪ੍ਰਾਊਡ ਅਬਾਊਟ देयर ਓਨ ਰੇਸ। ਤਾਂ ਜੇਕਰ ਹੀ ਦਾ ਮਤਲਬ ਇੱਥੇ ਜੈਸੀ ਓਵਨਸ ਤੋਂ ਹੀ ਹੈ ਕਿ ਜੈਸੀ ਓਵਨਸ ਲੂਜ਼ ਲੌਂਗ ਤੋਂ ਹਾਰ ਜਾਂਦਾ ਹੈ ਤਾਂ ਜਿਹੜੀ ਨਾਜ਼ੀ ਨੇ ਉਹ ਫਿਰ ਹੋਰ ਜ਼ਿਆਦਾ ਉਹਨਾਂ 'ਚ ਘਮੰਡ ਆ ਜਾਏਗਾ ਆਪਣੀ ਰੇਸ ਦੇ ਪ੍ਰਤੀ। ਤਾਂ ਬਿਲਕੁਲ ਸਹੀ ਹੈ ਜੀ। ਇਸੇ ਕਰਕੇ ਹੀ ਜੈਸੀ ਓਵਨਸ ਲੂਜ਼ ਲੌਂਗ ਤੋਂ ਹਾਰਨਾ ਨਹੀਂ ਸੀ ਚਾਹੁੰਦਾ। ਉਸ ਨੂੰ ਇਹ ਲੱਗਦਾ ਸੀ ਕਿ ਜਿਹੜੀ ਹਿਟਲਰ ਦੀ ਮਾਸਟਰ ਰੇਸ ਥਿਊਰੀ ਹੈ ਇਹ ਇਕੁਐਲਿਟੀ ਆਫ ਮੈਨ ਦੇ ਨਾਲ ਮੇਲ ਨਹੀਂ ਖਾਂਦੀ, ਇਹ ਸਹੀ ਨਹੀਂ ਹੈ। ਇਸ ਕਰਕੇ ਉਸ ਨੂੰ ਲੂਜ਼ ਲੌਂਗ ਤੋਂ ਹਾਰਨਾ ਨਹੀਂ ਚਾਹੀਦਾ। ਤਾਂ ਆਨਸਰ ਤਾਂ ਇਸ ਦਾ ਬੱਚਿਓ ਬੀ ਹੀ ਹੈ। ਇੱਕ ਵਾਰੀ ਆਪਾਂ ਸੀ ਵੀ ਦੇਖ ਲੈਂਦੇ ਹਾਂ। ਹੀ ਵਾਜ਼ ਦੀ ਹੋਲਡਰ ਆਫ ਦਾ ਵਰਲਡ ਰੈਕਰਡ ਐਂਡ ਡਿਡ ਨੋਟ ਬੀਟਨ ਬਾਈ ਲੌਂਗ। ਸਾਨੂੰ ਇਹ ਵੀ ਪਤਾ ਬੱਚਿਓ ਕਿ ਹੀ ਇੱਥੇ ਜੈਸੀ ਓਵਨਸ ਨੂੰ ਕਿਹਾ ਗਿਆ ਹੈ ਕਿ ਉਹ ਵਰਲਡ ਰੈਕਰਡ ਦਾ ਹੋਲਡਰ ਸੀ। ਬਿਲਕੁਲ ਸੀ ਜੀ। ਸਾਲ ਪਹਿਲਾਂ ਹੀ ਉਸਨੇ 26 ਫੀਟ 8.5 ਇੰਚ ਦਾ ਰੈਕਰਡ ਬਣਾਇਆ ਸੀ। ਪਰੰਤੂ ਬੱਚਿਓ ਰੈਕਟ ਤਾਂ ਤੋੜਨ ਲਈ ਹੀ ਬਣਾਏ ਜਾਂਦੇ ਹੁੰਦੇ ਨੇ। ਜੇ ਲੂਜ਼ ਲੌਂਗ ਨਾ ਤੋੜਦਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਹੋਰ ਨੇ ਤੋੜ ਦੇਣਾ ਸੀ। ਤਾਂ ਸੀ ਆਨਸਰ ਸਹੀ ਨਹੀਂ ਹੈ। ਸਹੀ ਆਨਸਰ ਬੀ ਹੀ ਹੈ, ਜਿਸ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਨਾਜ਼ੀ ਪਾਰਟੀ ਨੂੰ ਜ਼ਿਆਦਾ ਕਮਾਂਡ ਹੋਏਗਾ। ਇਸ ਕਰਕੇ ਜੈਸੀ ਓਵਨਸ ਲੂਜ਼ ਲੌਂਗ ਤੋਂ ਨਹੀਂ ਸੀ ਹਾਰਨਾ ਚਾਹੁੰਦਾ। ਤੀਸਰਾ ਕੁਐਸਚਨ ਹੈ ਜੀ ਕਿ ਹੀ ਰੀਅਲੀ ਲੁੱਕ ਦਾ ਪਾਰਟ ਦੋ ਪੈਰਾਗ੍ਰਾਫ 13 ਵਟ ਡਜ਼ ਦਿਸ ਮੀਨ। ਤਾਂ ਬੱਚਿਓ ਜਦੋਂ ਜੈਸੀ ਓਵਨਸ ਤੇ ਲੂਜ਼ ਲੌਂਗ ਆਪਸ 'ਚ ਮਿੱਤਰ ਬਣ ਜਾਂਦੇ ਨੇ ਤਾਂ ਫਿਰ ਉਹ ਕਾਫੀ ਗੱਪਸ਼ਪ ਕਰਦੇ ਨੇ, ਕਾਫੀ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਅਤੇ ਉੱਥੇ 13ਵੇਂ ਪੈਰਾਗ੍ਰਾਫ ਦੇ ਵਿੱਚ ਇਹ ਲਾਈਨ ਆਈ ਹੈ ਕਿ ਹੀ ਰੀਅਲੀ ਲੁੱਕ ਦਾ ਪਾਰਟ ਦੋ। ਇਸ ਲਾਈਨ ਦਾ ਕੀ ਮਤਲਬ ਹੈ? ਤਾਂ ਇੱਕ ਵਾਰੀ ਅਸੀਂ ਬੱਚਿਓ ਦੇਖ ਲੈਂਦੇ ਹਾਂ। ਤਾਂ ਇਹ ਆਨਸਰ ਹੈ ਕਿ ਲੌਂਗ ਵਾਜ਼ ਟਾਲ ਫੇਅਰ ਐਂਡ ਹੈਂਡਸਮ ਲਾਈਕ ਅ ਟਿਪੀਕਲ ਆਰੀਅਨ। ਤਾਂ ਇਹ ਤਾਂ ਸਾਨੂੰ ਪਤਾ ਬੱਚਿਓ ਕਿ ਜਿਹੜਾ ਲੂਜ਼ ਲੌਂਗ ਹੈ ਉਹ ਜਰਮਨ ਹੈ, ਆਰੀਅਨ ਲੋਕਾਂ ਦੇ ਵਿੱਚੋਂ ਹੈ। ਉਹ ਟਾਲ ਵੀ ਸੀ, ਬਹੁਤ ਹੀ ਗੋਰਾ ਚਿੱਟਾ ਵੀ ਸੀ ਅਤੇ ਹੈਂਡਸਮ ਵੀ ਸੀ। ਸਾਨੂੰ ਇਹ ਵੀ ਪਤਾ ਬੱਚਿਓ ਕਿ ਉਸ ਸਮੇਂ ਉਸਦੀ ਏਜ ਸਿਰਫ 21 ਸਾਲ ਦੀ ਸੀ। ਤਾਂ ਇਹ ਆਨਸਰ ਤਾਂ ਨਹੀਂ ਹੈ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਕਰੈਕਟਰਿਸਟਿਕਸ ਹੁੰਦੇ ਨੇ ਉਹ ਬਹੁਤ ਸਾਰੇ ਲੋਕਾਂ ਦੇ ਹੁੰਦੇ ਨੇ। ਬੀ ਆਨਸਰ ਕਿ ਲੌਂਗ ਬਿਲੀਵਡ ਹੀ ਵਾਜ਼ ਅ ਰੀਅਲ ਆਰੀਅਨ। ਤਾਂ ਇਹ ਵੀ ਗਲਤ ਹੈ ਬੱਚਿਓ। ਲੌਂਗ ਹਾਲਾਂਕਿ ਨਾਜ਼ੀ ਸਕੂਲਾਂ ਦੇ ਵਿੱਚੋਂ ਪੜ੍ਹਿਆ ਸੀ, ਪਰੰਤੂ ਉਹ ਕਦੇ ਵੀ ਨਾਜ਼ੀਆਂ ਦੀ ਮਾਸਟਰ ਰੇਸ ਥਿਊਰੀ 'ਤੇ ਵਿਸ਼ਵਾਸ ਨਹੀਂ ਸੀ ਕਰਦਾ। ਤਾਂ ਬੀ ਆਨਸਰ ਸਹੀ ਨਹੀਂ ਹੈ। ਸੀ ਹੈ ਕਿ ਲੌਂਗ ਵਾਜ਼ ਪਲੇਇੰਗ ਦਾ ਰੋਲ ਆਫ ਐਨ ਆਰੀਅਨ। ਹਾਂ, ਇਹ ਸਹੀ ਹੈ ਕਿਉਂਕਿ ਲੌਂਗ ਆਰੀਅਨ ਸੀ ਅਤੇ ਉਹ ਇੱਕ ਆਰੀਅਨ ਦਾ ਰੋਲ ਪਲੇ ਕਰ ਰਿਹਾ ਸੀ ਅਤੇ ਆਪਣੇ ਰੋਲ ਦੇ ਵਿੱਚੋਂ ਬੜਾ ਵਧੀਆ ਲੱਗ ਰਿਹਾ ਸੀ। ਇਸ ਕਰਕੇ ਅਸੀਂ ਇਹੀ ਕਹਾਂਗੇ ਕਿ ਜਿਹੜਾ ਸਾਡਾ ਥਰਡ ਮਲਟੀਪਲ ਚੋਇਸ ਕੁਐਸਚਨ ਦਾ ਆਨਸਰ ਸੀ ਹੈ। ਹਾਲਾਂਕਿ ਸਾਨੂੰ ਇਹ ਵੀ ਪਤਾ ਹੈ ਕਿ ਲੂਜ਼ ਲੌਂਗ ਆਰੀਅਨ ਹੋ ਕੇ ਵੀ ਨਾਜ਼ੀ ਸੁਪੀਰੀਅਰਟੀ ਥਿਊਰੀ 'ਤੇ ਵਿਸ਼ਵਾਸ ਨਹੀਂ ਸੀ ਕਰਦਾ। ਤਾਂ ਸਟੂਡੈਂਟ ਸਾਡਾ ਫੋਰਥ ਕੁਐਸਚਨ ਹੈ ਕਿ ਹਾਊ ਡੂ ਯੂ ਨੋ ਓਵਨਸ ਐਂਡ ਲੌਂਗ ਬਿਕੇਮ ਗੁੱਡ ਫਰੈਂਡਸ ਆਫਟਰ ਦਾ ਟਰਾਇਲਸ। ਤਾਂ ਸਾਨੂੰ ਪਤਾ ਹੈ ਬੱਚਿਓ ਕਿ ਟਰਾਇਲਸ ਤੋਂ ਬਾਅਦ ਜੈਸੀ ਓਵਨਸ ਅਤੇ ਲੂਜ਼ ਲੌਂਗ ਬਹੁਤ ਅੱਛੇ ਫਰੈਂਡ ਬਣ ਗਏ ਸੀ ਅਤੇ ਸਾਨੂੰ ਇਹੀ ਕਿਹਾ ਗਿਆ ਹੈ ਕਿ ਤੁਹਾਨੂੰ ਕਿਵੇਂ ਪਤਾ ਚੱਲਦਾ ਹੈ ਕਿ ਅੱਛੇ ਫਰੈਂਡ ਬਣ ਗਏ। ਤਾਂ ਇਹ ਆਨਸਰ ਹੈ ਜੀ ਕਿ ਓਵਨਸ ਵੈਂਟ ਆਲ ਦਾ ਵੇ ਟੂ ਲੌਂਗਸ ਰੂਮ ਟੂ ਥੈਂਕ ਹਿਮ ਫॉर ਹਿਜ਼ ਐਡਵਾਈਸ। ਕਿ ਜੈਸੀ ਓਵਨ ਲੂਜ਼ ਲੌਂਗ ਦੇ ਰੂਮ 'ਚ ਗਿਆ ਅਤੇ ਉਸ ਨੂੰ ਉਸ ਐਡਵਾਈਸ ਦੇ ਲਈ ਧੰਨਵਾਦ ਕੀਤਾ। ਸਾਨੂੰ ਪਤਾ ਹੈ ਕਿਉਂਕਿ ਲੂਜ਼ ਲੌਂਗ ਦੀ ਐਡਵਾਈਸ 'ਤੇ ਹੀ ਉਹ ਆਪਣੇ ਤੀਜੇ ਅਟੈਂਪਟ ਦੇ ਵਿੱਚ ਕੁਆਲੀਫਾਈਂਗ ਮਾਰਕ ਤੱਕ ਪਹੁੰਚ ਪਾਇਆ ਸੀ। ਤਾਂ ਇਹ ਗੱਲ ਸਹੀ ਤਾਂ ਹੈ, ਪਰ ਕੀ ਇਹ ਕੁਐਸਚਨ ਦਾ ਆਨਸਰ ਹੈ? ਆਪਾਂ ਇੱਕ ਵਾਰੀ ਬਾਕੀ ਆਨਸਰ ਵੀ ਦੇਖ ਲੈਂਦੇ ਹਾਂ। ਬੀ ਹੈ ਕਿ ਦੇ ਚੈਟਿਡ ਫॉर 2 hours ਦੈਟ ਨਾਈਟ। ਇਹ ਵੀ ਗੱਲ ਸਹੀ ਹੈ। ਉਹਨਾਂ ਨੇ ਉਸ ਰਾਤ 2 ਘੰਟੇ ਚੈਟ ਕੀਤੀ, ਕਾਫੀ ਸਾਰੀਆਂ ਗੱਲਾਂ ਕੀਤੀਆਂ, ਪਰਸਨਲ ਗੱਲਾਂ ਵੀ ਕੀਤੀਆਂ ਅਤੇ ਵਰਲਡ ਕੀ ਹੋ ਰਿਹਾ ਉਸ ਸਮੇਂ ਉਸ ਦੇ ਬਾਰੇ ਵੀ ਗੱਲਾਂ ਕੀਤੀਆਂ। ਤਾਂ ਬੀ ਆਨਸਰ ਵੀ ਗਲਤ ਨਹੀਂ ਹੈ, ਲੇਕਿਨ ਆਪਾਂ ਸੀ ਆਨਸਰ ਇੱਕ ਵਾਰੀ ਦੇਖਦੇ ਹਾਂ ਕਿ ਇਟ ਡਿਡ ਨੋਟ ਮੈਟਰ ਟੂ ਈਦਰ ਵਿਚ ਆਫ ਦੈਮ ਵਨ ਦਾ ਫਾਈਨਲਸ। ਇਟ ਡਿਡ ਨੋਟ ਮੈਟਰ ਟੂ ਈਦਰ, ਦੋਨਾਂ ਦੇ ਵਿੱਚੋਂ ਕਿਸੇ ਨੂੰ ਵੀ ਇਹ ਗੱਲ ਦਾ ਫਰਕ ਨਹੀਂ ਸੀ ਪੈਂਦਾ ਕਿ ਕੋਈ ਵੀ ਉਹਨਾਂ ਦੇ ਵਿੱਚੋਂ ਫਾਈਨਲ ਜਿੱਤਾ। ਤਾਂ ਇਹ ਆਨਸਰ ਬੱਚਿਓ ਠੀਕ ਹੈ। ਸੀ ਆਨਸਰ ਇਸ ਦਾ ਸਹੀ ਆਨਸਰ ਹੈ, ਬਿਕੋਜ਼ ਦੋਵੇਂ ਅੱਛੇ ਫਰੈਂਡਸ ਬਣ ਗਏ ਸੀ। ਦੋਨਾਂ ਨੇ ਇੱਕੋ ਹੀ ਇਵੈਂਟ ਦੇ ਵਿੱਚ ਲੌਂਗ ਜੰਪ ਦੇ ਵਿੱਚ ਅਗਲੇ ਦਿਨ ਪਾਰਟੀਸਪੇਟ ਕਰਨਾ ਸੀ। ਦੋਵਾਂ ਨੇ ਇੱਕ ਦੂਜੇ ਦੇ ਅਗੇਂਸਟ ਗੇਮ ਦੇ ਵਿੱਚ ਪਾਰਟੀਸਪੇਟ ਕਰਨਾ ਸੀ, ਲੇਕਿਨ ਉਸ ਸਮੇਂ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ ਕਿ ਕੱਲ੍ਹ ਕੌਣ ਜਿੱਤੇਗਾ, ਕਿਉਂਕਿ ਉਹ ਦੋਵੇਂ ਟਰੂ ਫਰੈਂਡਸ, ਰੀਅਲ ਫਰੈਂਡਸ ਬਣ ਚੁੱਕੇ ਸੀ। ਫਿਫਥ ਕੁਐਸਚਨ ਹੈ ਜੀ ਕਿ ਵਾਟ ਡੂ ਯੂ ਥਿੰਕ ਵਾਜ਼ ਜੈਸੀ ਓਵਨਸ ਗ੍ਰੇਟੈਸਟ ਓਲੰਪਿਕ ਪ੍ਰਾਈਜ਼। ਬਹੁਤ ਹੀ ਇੰਪੋਰਟੈਂਟ ਮਲਟੀਪਲ ਚੋਇਸ ਕੁਐਸਚਨ ਹੈ ਬੱਚਿਓ ਕਿ ਤੁਸੀਂ ਕੀ ਜਾਣਦੇ ਹੋ ਕਿ ਜੈਸੀ ਓਵਨ ਦਾ ਸਭ ਤੋਂ ਵੱਡਾ ਓਲੰਪਿਕ ਪ੍ਰਾਈਜ਼ ਕੀ ਸੀ।
ਤਾਂ ਇਹ ਆਨਸਰ ਹੈ ਜੀ ਦਾ ਗੋਲਡ ਮੈਡਲਸ ਹੀ ਵਨ ਇਨ ਦਾ ਲੌਂਗ ਜੰਪ। ਤਾਂ ਕਿ ਉਹ ਗੋਲਡ ਮੈਡਲ ਸੀ ਜੋ ਉਸਨੇ ਲੌਂਗ ਜੰਪ ਦੇ ਵਿੱਚ ਪ੍ਰਾਪਤ ਕੀਤੇ ਸੀ। ਤਾਂ ਮੈਂ ਤੁਹਾਨੂੰ ਬੱਚਿਓ ਦੱਸਿਆ ਸੀ ਕਿ 1936 ਈਸਵੀ ਦੇ ਵਿੱਚ ਜਿਹੜੀਆਂ ਬਰਲਿਨ ਓਲੰਪਿਕਸ ਹੋਈਆਂ ਨੇ ਉਸ ਦੇ ਵਿੱਚ ਜੈਸੀ ਓਵਨਸ ਨੇ ਇੱਕ ਨਹੀਂ ਸਗੋਂ 4 ਗੋਲਡ ਮੈਡਲ ਪ੍ਰਾਪਤ ਕੀਤੇ ਸੀ। ਉਸਨੇ ਲੌਂਗ ਜੰਪ ਦੇ ਵਿੱਚ ਵੀ ਪ੍ਰਾਪਤ ਕੀਤਾ, ਉਸਨੇ 100 ਮੀਟਰ ਰਿਲੇ ਦੇ ਵਿੱਚ ਵੀ ਕੀਤਾ, 200 ਦੇ ਵਿੱਚ ਵੀ ਕੀਤਾ, ਈਵਨ 4x100 ਜਿਹੜੀ ਰਿਲੇ ਰੇਸ ਹੈ ਉਸ ਦੇ ਵਿੱਚ ਵੀ ਉਸਨੇ ਗੋਲਡ ਮੈਡਲ ਪ੍ਰਾਪਤ ਕੀਤਾ। ਤਾਂ ਉਸਨੇ ਗੋਲਡ ਮੈਡਲ ਤਾਂ ਆਪਣੀ ਲਾਈਫ ਵਿੱਚ ਬਹੁਤ ਜਿੱਤੇ ਸੀ, ਤਾਂ ਇਹ ਉਸਦਾ ਗ੍ਰੇਟੈਸਟ ਪ੍ਰਾਈਜ਼ ਨਹੀਂ ਸੀ। ਸੈਕਿੰਡ, ਦਾ ਵਿਨ ਹੀ ਸਕੋਰਡ ਓਵਰ ਲੁਜ਼ ਲੌਂਗ ਦੇ ਉੱਪਰ ਉਸਨੇ ਜਿਹੜੀ ਜਿੱਤ ਪ੍ਰਾਪਤ ਕੀਤੀ ਕਿ ਕੀ ਇਹ ਉਸਦਾ ਗ੍ਰੇਟੈਸਟ ਓਲੰਪਿਕ ਪ੍ਰਾਈਜ਼ ਸੀ? ਨਹੀਂ। ਲੁਜ਼ ਲੌਂਗ ਤਾਂ ਬੱਚੇ ਉਸਦਾ ਫਾਸਟ ਫਰੈਂਡ ਸੀ, ਬਣ ਚੁੱਕਿਆ ਸੀ ਉਸਦਾ ਬਹੁਤ ਹੀ ਪਰਮ ਮਿੱਤਰ। ਤਾਂ ਉਸ ਨੂੰ ਜਿੱਤਣਾ ਜਾਂ ਹਾਰਨਾ ਉਸ ਤੋਂ ਇਹਨਾਂ ਗੱਲਾਂ ਨਾਲ ਜੈਸੀ ਓਵਨਸ ਨੂੰ ਫਰਕ ਨਹੀਂ ਸੀ ਪੈਣਾ। ਤਾਂ ਸੀ ਆਨਸਰ ਹੈ ਜੀ ਦਾ ਟਰੂ ਫਰੈਂਡਸ਼ਿਪ ਹੀ ਫਾਰਮਡ ਵਿਦ ਲੌਂਗ। ਬਿਲਕੁਲ ਸਹੀ ਆਨਸਰ ਹੈ ਜੀ। ਤਾਂ ਜਿਹੜੀ ਸੱਚੀ ਮਿੱਤਰਤਾ ਉਸਦੀ ਲੁਜ਼ ਲੌਂਗ ਨਾਲ ਹੋਈ ਸੀ ਉਹ ਹੀ ਉਸਦਾ ਗ੍ਰੇਟੈਸਟ ਓਲੰਪਿਕ ਪ੍ਰਾਈਜ਼ ਸੀ। ਤੇ ਇਸ ਦੇ ਬਾਰੇ ਉਸਨੇ ਚੈਪਟਰ 'ਚ ਵੀ ਦੱਸਿਆ ਸੀ। ਇਹ ਜਿਹੜੀ ਉਸਦੀ ਮਿੱਤਰਤਾ ਹੋਈ ਸੀ ਇਹ 24 ਕੈਰੇਟ ਫਰੈਂਡਸ਼ਿਪ ਹੈ। ਤੇ ਉਸਨੇ ਇਹ ਵੀ ਕਿਹਾ ਸੀ ਕਿ ਇਸ 24 ਕੈਰੇਟ ਫਰੈਂਡਸ਼ਿਪ ਦੇ ਅੱਗੇ ਉਸਦੇ ਜਿੱਤੇ ਹੋਏ ਸਾਰੇ ਮੈਡਲ, ਸਾਰੇ ਕੱਪ ਫਿੱਕੇ ਨੇ। ਤਾਂ ਸਟੂਡੈਂਟ ਸਾਡੇ ਕੰਪਰੀਹੈਂਸ਼ਨ ਨੰਬਰ 2 ਐਕਸਰਸਾਈਜ਼ਸ ਦੇ ਵਿੱਚ ਵੀ ਸੇਮ ਉਵੇਂ ਮਲਟੀਪਲ ਚੋਇਸ ਕੁਐਸਚਨ ਦਿੱਤੇ ਹੋਏ ਨੇ, ਅਸੀਂ ਸਹੀ ਆਨਸਰ ਤਲਾਸ਼ ਕਰਨਾ ਹੈ। ਤਾਂ ਪਹਿਲਾ ਕੁਐਸਚਨ ਹੈ ਜੀ ਕਿ ਓਵਨਸ ਵਾਜ਼ ਐਂਗਰੀ ਐਂਡ ਦੇਅਰਫੋਰ, ਕਿ ਜੈਸੀ ਓਵਨ ਨਾਰਾਜ਼ ਸੀ ਅਤੇ ਇਸ ਕਰਕੇ। ਤਾਂ ਸਾਨੂੰ ਪਤਾ ਹੈ ਬੱਚਿਓ ਕਿ ਚੈਪਟਰ ਦੇ ਸ਼ੁਰੂ 'ਚ ਹੀ ਜਦੋਂ ਉਸਦੇ 2 ਅਟੈਂਪਟ ਖਰਾਬ ਹੋ ਜਾਂਦੇ ਨੇ ਕਿਉਂਕਿ ਉਹ ਹਿਟਲਰ ਦੀ ਮਾਸਟਰ ਰੇਸ ਥਿਊਰੀ ਕਰਕੇ ਲੁਜ਼ ਲੌਂਗ ਤੋਂ ਹਾਰਨਾ ਨਹੀਂ ਸੀ ਚਾਹੁੰਦਾ, ਉਸ ਸਮੇਂ ਉਹ ਥੋੜ੍ਹਾ ਜਿਹਾ ਅਪਸੈਟ ਹੋ ਜਾਂਦਾ ਹੈ। ਤਾਂ ਇਸ ਕਰਕੇ ਕੀ ਹੁੰਦਾ? ਤਾਂ ਪਹਿਲਾ ਆਨਸਰ ਹੈ ਕਿ ਫੇਲ ਟੂ ਕੁਆਲੀਫਾਈ ਫॉर ਦਾ ਫਾਈਨਲਸ। ਇਹ ਤਾਂ ਗਲਤ ਹੈ ਬੱਚਿਓ ਕਿਉਂਕਿ ਉਹ ਆਪਣੇ ਤੀਸਰੇ ਅਟੈਂਪਟ ਦੇ ਵਿੱਚ ਫਾਈਨਲੀ ਕੁਆਲੀਫਾਈ ਕਰ ਗਿਆ ਸੀ। ਸੈਕਿੰਡ ਹੈ ਕਿ ਮੇਡ ਅ ਫੁੱਲ ਆਫ ਹਿਮਸੈਲਫ। ਤਾਂ ਬਿਲਕੁਲ ਫੂਲ ਤਾਂ ਹੋਇਆ ਸੀ, ਉਸ ਨੂੰ ਮਹਿਸੂਸ ਹੋਇਆ ਸੀ ਕਿ ਉਹ ਇੰਨੀ ਦੂਰੋਂ ਅਮਰੀਕਾ ਤੋਂ ਜਰਮਨੀ ਦੇ ਵਿੱਚ ਖੇਡਣ ਲਈ ਆਇਆ ਹੈ, ਐਂ ਲੱਗਦਾ ਜਿਵੇਂ ਆਪਣੇ ਆਪ ਦਾ ਮੂਰਖ ਬਣਾ ਰਿਹਾ। ਤਾਂ ਇਹ ਲਾਈਨ ਤਾਂ ਚੈਪਟਰ 'ਚ ਆਈ ਸੀ, ਪਰੰਤੂ ਕੀ ਇਹ ਲਾਈਨ ਇਸ ਕੁਐਸਚਨ ਦਾ ਆਨਸਰ ਹੈ? ਚਲੋ ਦੇਖਦੇ ਹਾਂ। ਸੀ ਆਨਸਰ ਹੈ ਜੀ ਕਿ ਲੀਪ ਫਰੋਮ ਬਿਯਾਂਡ ਦਾ ਜੰਪਿੰਗ ਬੋਰਡ। ਇਹ ਵੀ ਸਹੀ ਹੈ ਕਿਉਂਕਿ ਜੰਪਿੰਗ ਬੋਰਡ ਤੋਂ ਉਸਨੇ ਜਿਹੜੀ ਛਾਲ ਮਾਰੀ ਸੀ ਉਹ ਦੂਰੋਂ ਮਾਰੀ ਸੀ, ਮਤਲਬ ਕਿ ਜੰਪਿੰਗ ਬੋਰਡ ਦੇ ਅੱਗੋਂ ਉਹ ਪੈਰ ਲੈ ਗਿਆ ਸੀ। ਤਾਂ ਸੀ ਜਿਹੜੀ ਸਟੇਟਮੈਂਟ ਹੈ ਇਹ ਵੀ ਚੈਪਟਰ ਦੇ ਮੁਤਾਬਕ ਸਹੀ ਹੈ, ਪਰੰਤੂ ਇਹ ਸਾਡੇ ਕੁਐਸਚਨ ਦਾ ਆਨਸਰ ਨਹੀਂ ਹੈ। ਕੁਐਸਚਨ ਦਾ ਆਨਸਰ ਸਾਡਾ ਡੀ ਹੈ ਜੋ ਕਿ ਹੈ ਫੇਲ ਟੂ ਕੁਆਲੀਫਾਈ ਇਨ ਦਾ ਫਸਟ 2 ਟਰਾਇਲ ਜੰਪਸ। ਐਂਗਰੀ ਹੋਣ ਕਰਕੇ ਉਹ ਆਪਣੇ ਪਹਿਲੇ 2 ਟਰਾਇਲ ਜੰਪਸ ਦੇ ਵਿੱਚ ਫੇਲ ਹੋ ਗਿਆ ਸੀ। ਐਂਗਰ ਕਰਕੇ ਉਸ ਦਾ ਪੈਰ ਟੇਕੋ ਬੋਰਡ ਤੋਂ ਅੱਗੇ ਜਾ ਰਿਹਾ ਸੀ ਜਿਸ ਕਰਕੇ ਉਸ ਦਾ ਫਾਉਲ ਹੋ ਰਿਹਾ ਸੀ। ਤਾਂ ਸਾਡਾ ਜੋ ਸਹੀ ਆਨਸਰ ਹੈ ਬੱਚਿਓ ਉਹ ਹੈ ਡੀ। ਸੈਕਿੰਡ ਕੁਐਸਚਨ ਹੈ ਜੀ ਕਿ ਲੌਂਗ ਸਪੋਕ ਟੂ ਓਵਨਸ ਡਿਊਰਿੰਗ ਦਾ ਟਰਾਇਲਸ। ਪਹਿਲਾ ਕੁਐਸਚਨ ਹੈ ਜੀ ਕਿ ਲੌਂਗ ਨੇ ਓਵਨਸ ਨਾਲ ਗੱਲਾਂ ਕੀਤੀਆਂ ਟਰਾਇਲ ਦੇ ਦੌਰਾਨ, ਕਿਉਂ? ਤਾਂ ਪਹਿਲਾ ਆਨਸਰ ਹੈ ਟੂ ਮੇਕ ਫਰੈਂਡਸ ਵਿਦ ਹਿਮ, ਕਿ ਉਹ ਉਸ ਦੇ ਨਾਲ ਦੋਸਤੀ ਕਰਨਾ ਚਾਹੁੰਦਾ ਸੀ। ਇਹ ਆਨਸਰ ਪੋਸੀਬਲ ਹੈ। ਬੀ ਆਪਾਂ ਇੱਕ ਵਾਰੀ ਦੇਖ ਲੈਂਦੇ ਹਾਂ, ਟੂ ਫਾਈਂਡ ਆਊਟ ਵਾਟ ਵਾਜ਼ ਟਰਬਲਿੰਗ ਓਵਨਸ। ਇਹ ਵੀ ਸਹੀ ਹੈ ਬੱਚਿਓ ਕਿਉਂਕਿ ਉਸਨੇ ਜੈਸੀ ਓਵਨ ਨੂੰ ਇਹ ਕੁਐਸਚਨ ਪੁੱਛਿਆ ਸੀ ਕਿ ਤੈਨੂੰ ਕੀ ਚੀਜ਼ ਸਤਾ ਰਹੀ ਹੈ। ਤਾਂ ਇੱਕ ਵਾਰੀ ਆਪਾਂ ਬਾਕੀ ਆਨਸਰ ਵੀ ਦੇਖ ਲੈਂਦੇ ਹਾਂ। ਸੀ ਟੂ ਟੈਲ ਹਿਮ ਦੈਟ ਹੀ ਹਿਮਸੈਲਫ ਹੈਡ ਈਜ਼ਲੀ ਕੁਆਲੀਫਾਈਡ, ਉਸ ਨੂੰ ਦੱਸਣ ਲਈ ਕਿ ਉਹ ਖੁਦ ਕੁਆਲੀਫਾਈ ਕਰ ਚੁੱਕਿਆ ਹੈ। ਇਹ ਤਾਂ ਗੱਲ ਬੱਚਿਓ ਚੈਪਟਰ 'ਚ ਆਈ ਨਹੀਂ ਹੈ। ਇਹ ਸਾਨੂੰ ਪਤਾ ਜ਼ਰੂਰ ਲੱਗਦੀ ਹੈ ਕਿ ਲੁਜ਼ ਲੌਂਗ ਆਪਣੀ ਪਹਿਲੀ ਅਟੈਂਪਟ 'ਚ ਕੁਆਲੀਫਾਈ ਕਰ ਗਿਆ ਸੀ, ਪਰੰਤੂ ਉਸਨੇ ਆਪਣੀ ਕੁਆਲੀਫਿਕੇਸ਼ਨ ਬਾਰੇ ਜੈਸੀ ਓਵਨਸ ਨੂੰ ਚੈਪਟਰ 'ਚ ਕਦੇ ਨਹੀਂ ਦੱਸਿਆ। ਡੀ ਟੂ ਸ਼ੋ ਹਿਮ ਦੈਟ ਹੀ ਕੁਡ ਸਪੀਕ ਇੰਗਲਿਸ਼ ਵੈਲ। ਸਾਨੂੰ ਇਹ ਵੀ ਪਤਾ ਬੱਚਿਓ ਕਿ ਲੁਜ਼ ਲੌਂਗ ਅੱਛੀ ਇੰਗਲਿਸ਼ ਬੋਲ ਲੈਂਦਾ ਸੀ, ਹਾਲਾਂਕਿ ਉਸ ਦੀ ਇੰਗਲਿਸ਼ ਦੇ ਵਿੱਚ ਜਰਮਨ ਐਕਸੈਂਟ ਜ਼ਰੂਰ ਸੀ। ਤਾਂ ਜੇ ਦੇਖਿਆ ਜਾਵੇ ਤਾਂ ਬੱਚਿਓ ਏ, ਬੀ ਤੇ ਡੀ ਜਿਹੜੀਆਂ ਸਟੇਟਮੈਂਟਸ ਨੇ ਉਹ ਚੈਪਟਰ 'ਚ ਆਈਆਂ ਨੇ, ਚੈਪਟਰ ਦੇ ਮੁਤਾਬਕ ਸਹੀ ਨੇ, ਪਰੰਤੂ ਕੁਐਸਚਨ ਦੇ ਮੁਤਾਬਕ ਸਾਡਾ ਜੋ ਆਨਸਰ ਬਣਦਾ ਹੈ ਉਹ ਬਣਦਾ ਹੈ ਏ, ਕਿਉਂਕਿ ਲੁਜ਼ ਲੌਂਗ ਜੈਸੀ ਓਵਨਸ ਦੀ ਇੱਕ ਤਰ੍ਹਾਂ ਨਾਲ ਰਿਸਪੈਕਟ ਕਰਦਾ ਸੀ। ਉਸੇ ਇਵੈਂਟ ਦੇ ਵਿੱਚ ਜੈਸੀ ਓਵਨਸ ਤੇ ਲੁਜ਼ ਲੌਂਗ ਪਾਰਟਿਸਿਪੇਟ ਕਰ ਰਹੇ ਸੀ। ਤਾਂ ਦੋਸਤੀ ਕਰਨ ਦੇ ਲਈ ਜਾਂ ਕਿ ਉਸ ਨਾਲ ਗੱਲਬਾਤ ਕਰਨ ਦੇ ਲਈ, ਦੋਸਤੀ ਕਰਨ ਦੇ ਲਈ ਲੁਜ਼ ਲੌਂਗ ਓਵਨਸ ਕੋਲ ਗਿਆ ਸੀ। ਤਾਂ ਅਸੀਂ ਆਨਸਰ ਇਸ ਦਾ ਏ ਲਿਖਾਂਗੇ। ਥਰਡ ਕੁਐਸਚਨ ਹੈ ਜੀ ਕਿ ਇਨ ਪੈਰਾਗ੍ਰਾਫ 14 ਲੌਂਗ ਟੈਲਸ ਓਵਨਸ ਟੁਮਾਰੋ ਇਜ਼ ਵਟ ਕਾਊਂਟਸ ਦਿਸ ਮੀਨਸ। 14ਵੇਂ ਪੈਰੇ ਦੇ ਵਿੱਚ ਲੁਜ਼ ਲੌਂਗ ਜੈਸੀ ਓਵਨਸ ਨੂੰ ਦੱਸਦਾ ਹੈ ਕਿ ਟੁਮਾਰੋ ਇਜ਼ ਵਟ ਕਾਊਂਟਸ, ਕਿ ਕੱਲ ਅਸਲੀ ਗੱਲ ਹੋਣੀ ਹੈ, ਕੱਲ ਦਾ ਫਰਕ ਪੈਣਾ ਹੈ। ਇਹਦਾ ਕੀ ਮਤਲਬ ਹੈ? ਤਾਂ ਬੱਚਿਓ ਇਹ ਗੱਲ ਉਦੋਂ ਹੁੰਦੀ ਹੈ ਜਦੋਂ ਜੈਸੀ ਓਵਨਸ ਦੇ 2 ਅਟੈਂਪਟਸ ਖਰਾਬ ਹੋ ਜਾਂਦੇ ਨੇ ਅਤੇ ਉਸ ਕੋਲ ਸਿਰਫ ਇੱਕ ਤੀਸਰਾ ਅਟੈਂਪਟ ਰਹਿ ਜਾਂਦਾ ਹੈ। ਤਾਂ ਫਿਰ ਲੁਜ਼ ਲੌਂਗ ਉਸ ਨੂੰ ਇਹ ਐਡਵਾਈਸ ਦਿੰਦਾ ਹੈ ਕਿ ਉਹ ਟੇਕ ਆਫ ਬੋਰਡ ਤੋਂ ਥੋੜ੍ਹਾ ਜਿਹਾ ਪਿੱਛੋਂ ਛਾਲ ਮਾਰੇ ਤਾਂ ਕਿ ਫਾਉਲ ਨਾ ਹੋਵੇ ਅਤੇ ਉਹ ਇਸ ਗੱਲ ਨੂੰ ਇਨਸ਼ੋਰ ਕਰੇ ਕਿ ਉਹ ਕੁਆਲੀਫਿਕੇਸ਼ਨ ਕਰ ਜਾਵੇ ਫਾਈਨਲ ਇਵੈਂਟਸ ਦੇ ਲਈ। ਤਾਂ ਇੱਥੇ ਉਹ ਇਹ ਗੱਲ ਕਹਿੰਦਾ ਹੈ ਕਿ ਟੁਮਾਰੋ ਇਜ਼ ਵਟ ਕਾਊਂਟਸ। ਤਾਂ ਅਸੀਂ ਇੱਕ ਵਾਰੀ ਆਨਸਰ ਦੇਖਦੇ ਹਾਂ। ਤਾਂ ਪਹਿਲਾ ਹੈ ਜੀ ਕਿ ਲੌਂਗ ਵਾਜ਼ ਸ਼ੋਰ ਦੈਟ ਓਵਨਸ ਵੁੱਡ ਵਿਨ ਦਾ ਫਾਈਨਲਸ ਦਾ ਨੈਕਸਟ ਡੇ, ਕਿ ਲੌਂਗ ਨੂੰ ਪੱਕਾ ਪਤਾ ਸੀ ਕਿ ਓਵਨਸ ਕੱਲ
ਫਾਈਨਲ ਦੇ ਵਿੱਚ ਜਿੱਤ ਜਾਵੇਗਾ, ਪਰੰਤੂ ਅਜਿਹੀ ਕੋਈ ਗੱਲ ਨਹੀਂ ਹੈ ਬੱਚਿਓ, ਕਿਉਂਕਿ ਲੂਜ਼ ਲੌਂਗ ਵੀ 26 ਫੀਟ ਦੀ ਪ੍ਰੈਕਟਿਸ ਮੈਚ ਦੇ ਵਿੱਚ ਲਗਾਤਾਰ ਜੰਪ ਲਾ ਰਿਹਾ ਸੀ, ਤਾਂ ਐਸੀ ਗੱਲ ਤਾਂ ਕੋਈ ਨਹੀਂ। ਤਾਂ ਬੀ ਆਂਸਰ ਹੈ ਜੀ ਕਿ ਲੌਂਗ ਵਾਸ ਸ਼ੋਰ ਦੈਟ ਓਵਨਸ ਵੁੱਡ ਕੁਆਲੀਫਾਈ ਫॉर ਦ ਫਾਈਨਲਸ, ਕਿ ਲੌਂਗ ਨੂੰ ਪੱਕਾ ਸੀ ਕਿ ਓਵਨਸ ਫਾਈਨਲਸ ਲਈ ਕੁਆਲੀਫਾਈ ਕਰ ਜਾਏਗਾ। ਤਾਂ ਬੱਚਿਓ ਇਹ ਵੀ ਕੋਈ ਜ਼ਰੂਰੀ ਨਹੀਂ ਸੀ, ਕਿਉਂਕਿ 2 ਆਲਰੇਡੀ ਅਟੈਂਪਟ ਜੈਸੀ ਓਵਨਸ ਦੇ ਫੇਲ ਹੋ ਗਏ ਸੀ, ਤੀਸਰਾ ਵੀ ਫੇਲ ਹੋ ਸਕਦਾ ਸੀ ਜੇਕਰ ਜੈਸੀ ਓਵਨਸ ਆਪਣੇ ਆਪ ਨੂੰ ਐਂਗਰ 'ਚੋਂ ਬਾਹਰ ਨਾ ਕੱਢਦਾ। ਤਾਂ ਇਹ ਵੀ ਆਂਸਰ ਸਹੀ ਨਹੀਂ ਹੈ ਸੀ ਕਿ ਲੌਂਗ ਵਾਂਟਡ ਓਵਨਸ ਟੂ ਕੁਆਲੀਫਾਈ ਸਮਹਾਉ ਫॉर ਦ ਫਾਈਨਲਸ, ਕਿ ਲੌਂਗ ਚਾਹੁੰਦਾ ਸੀ ਕਿ ਓਵਨਸ ਕਿਸੇ ਤਰੀਕੇ ਦੇ ਨਾਲ ਸਮਹਾਉ ਕਿਸੇ ਤਰੀਕੇ ਦੇ ਨਾਲ ਕਿਸੇ ਢੰਗ ਦੇ ਨਾਲ ਫਾਈਨਲ ਦੇ ਵਿੱਚ ਆ ਜਾਵੇ। ਤਾਂ ਬੱਚਿਓ ਅਜਿਹੀ ਕੋਈ ਗੱਲ ਚੈਪਟਰ ਦੇ ਵਿੱਚ ਨਹੀਂ ਆਈ ਕਿ ਲੌਂਗ ਇਹ ਚਾਹੁੰਦਾ ਸੀ ਕਿ ਜੈਸੀ ਓਵਨਸ ਫਾਈਨਲ 'ਚ ਆ ਜਾਵੇ। ਫੋਰਥ ਆਂਸਰ, ਲੌਂਗ ਫੈਲਟ ਦੈਟ ਦੇਅਰ ਪਰਫਾਰਮੈਂਸ ਦ ਨੈਕਸਟ ਡੇ ਵਾਜ਼ ਵਾਟ ਮੈਟਰਡ, ਲੌਂਗ ਇਹ ਮਹਿਸੂਸ ਕਰਦਾ ਸੀ ਕਿ ਅਗਲੇ ਦਿਨ ਜਿਹੜੀ ਪਰਫਾਰਮੈਂਸ ਉਹਨਾਂ ਨੇ ਦਿਖਾਣੀ ਹੈ ਉਸ ਦਾ ਹੀ ਮੁੱਲ ਪੈਣਾ ਹੈ, ਵਾਜ਼ ਵਾਟ ਮੈਟਰ। ਤਾਂ ਇਹ ਗੱਲ ਬਿਲਕੁਲ ਸਹੀ ਹੈ ਬੱਚਿਓ, ਉਸ ਨੇ ਇਹ ਗੱਲ ਜੈਸੀ ਓਵਨਸ ਨੂੰ ਵੀ ਕਹੀ ਸੀ ਕਿ ਜੇਕਰ ਤੂੰ ਟਰਾਇਲ ਦੇ ਵਿੱਚ ਪਹਿਲੇ ਜਾਂ ਦੂਜੇ ਨੰਬਰ 'ਤੇ ਨਾ ਵੀ ਆਇਆ ਤਾਂ ਵੀ ਕੋਈ ਫਰਕ ਨਹੀਂ ਪੈਣਾ, ਫਰਕ ਪੈਣਾ ਤੁਹਾਡਾ ਫਾਈਨਲ ਦਾ, ਜਿੱਥੇ ਤੈਨੂੰ ਆਪਣਾ ਪੂਰਾ ਜ਼ੋਰ ਲਾਉਣਾ ਚਾਹੀਦਾ ਹੈ। ਅੱਜ ਤੂੰ ਸਿਰਫ ਟਰਾਇਲ ਦੇ ਵਿੱਚੋਂ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕਰ। ਤਾਂ ਸਾਡਾ ਫੋਰਥ ਤੇ ਲਾਸਟ ਮਲਟੀਪਲ ਚੋਇਸ ਕੁਐਸਚਨ ਹੈ ਜੀ ਕਿ ਲੌਂਗ ਵਾਸ ਦਾ ਐਪੀਟਮੀ ਆਫ ਪੈਰੇ ਦਾ ਕੁਬੇਟਾਨਸ ਆਈਡੀਅਲ ਬਿਕੋਜ਼, ਕਿ ਲੌਂਗ ਪੈਰੇ ਦਾ ਕੁਬੇਟਾਨ ਦੀ ਇੱਕ ਤਰ੍ਹਾਂ ਦੀ ਐਪੀਟਮੀ ਸੀ, ਕਿਉਂ? ਐਪੀਟਮੀ ਮੈਂ ਤੁਹਾਨੂੰ ਦੱਸਿਆ ਸੀ ਬੱਚਿਓ ਕਿ ਕੋਈ ਪਰਫੈਕਟ ਚੀਜ਼ ਦੀ ਐਗਜ਼ਾਮਪਲ ਹੋਵੇ ਅਸੀਂ ਉਸ ਨੂੰ ਐਪੀਟਮੀ ਕਹਿੰਦੇ ਹਾਂ। ਪੈਰੇ ਦਾ ਕੁਬੇਟਾਨ ਸਾਡੇ ਚੈਪਟਰ ਦੇ ਵਿੱਚ ਬਿਲਕੁਲ ਲਾਸਟ ਚੈਪਟਰ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਹੈ। 1896 ਈਸਵੀ ਦੇ ਵਿੱਚ ਜਿਹੜੀਆਂ ਸਾਡੀਆਂ ਮਾਡਰਨ ਓਲੰਪਿਕ ਗੇਮਸ ਸ਼ੁਰੂ ਹੋਈਆਂ ਨੇ, ਸਭ ਤੋਂ ਪਹਿਲਾਂ ਗ੍ਰੀਸ ਦੇ ਵਿੱਚ ਹੋਈਆਂ ਸੀ। ਗ੍ਰੀਸ ਦੀ ਰਾਜਧਾਨੀ ਹੈ ਜੀ ਐਥਨਸ, ਉੱਥੇ ਇਹ ਗੇਮਾਂ ਖੇਡੀਆਂ ਗਈਆਂ ਸੀ। ਤਾਂ 1896 ਦੇ ਵਿੱਚ ਜਿਹੜੀਆਂ ਸਾਡੀਆਂ ਮਾਡਰਨ ਓਲੰਪਿਕ ਗੇਮ ਸ਼ੁਰੂ ਹੋਈਆਂ, ਇਹ ਪੈਰੇ ਦਾ ਕੁਬੇਟਾਨ ਦੀ ਕੋਸ਼ਿਸ਼ਾਂ ਕਰਕੇ ਹੀ ਹੋਈਆਂ ਸੀ। ਤਾਂ ਇੱਥੇ ਕੁਐਸਚਨ ਇਹੀ ਹੈ ਕਿ ਲੂਜ਼ ਲੌਂਗ ਇਹ ਕਿਉਂ ਸਮਝਦਾ ਸੀ ਕਿ ਪੈਰੇ ਦਾ ਕੁਬੇਟਾਨ ਦਾ ਜਿਹੜਾ ਆਈਡੀਅਲ ਹੈ, ਆਦਰਸ਼ ਹੈ, ਉਹ ਲੂਜ਼ ਲੌਂਗ ਹੈ। ਤਾਂ ਬੱਚਿਓ ਸਾਨੇ ਲਾਸਟ ਪੈਰੇ ਦੇ ਵਿੱਚ ਪੜ੍ਹਿਆ ਸੀ ਕਿ ਪੈਰੇ ਦਾ ਕੁਬੇਟਾਨ ਨੇ ਇਹ ਗੱਲ ਕਹੀ ਸੀ ਕਿ ਓਲੰਪਿਕ ਦੇ ਵਿੱਚ ਪਾਰਟੀਸਪੇਟ ਕਰਨਾ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ, ਜਿੱਤਣਾ ਇੰਪੋਰਟੈਂਟ ਜ਼ਿਆਦਾ ਨਹੀਂ ਹੁੰਦਾ। ਜਿੱਤ ਹਾਰ ਹੁੰਦੀ ਰਹਿੰਦੀ ਹੈ ਬੰਦੇ ਦੀ, ਪਰੰਤੂ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਨਾ ਅਤੇ ਵਧੀਆ ਸੰਘਰਸ਼ ਕਰਨਾ, ਲੜ ਕੇ ਹਾਰਨਾ, ਲੜ ਕੇ ਜਿੱਤਣਾ, ਇਹ ਜ਼ਿਆਦਾ ਇੰਪੋਰਟੈਂਟ ਹੁੰਦਾ। ਤਾਂ ਅਸੀਂ ਆਨਸਰ ਇੱਕ ਵਾਰੀ ਦੇਖਦੇ ਹਾਂ ਕਿ ਏ ਹੀ ਡਿਡ ਨੋਟ ਮਾਈਂਡ ਲੂਜ਼ਿੰਗ ਟੂ ਓਵਨਸ, ਓਵਨਸ ਤੋਂ ਨਹੀਂ ਹਾਰਨਾ ਚਾਹੁੰਦਾ ਸੀ। ਇਹ ਤਾਂ ਗਲਤ ਹੈ ਬੱਚਿਓ, ਉਸਨੇ ਬਹੁਤ ਵਧੀਆ ਟੱਕਰ ਦਿੱਤੀ ਸੀ। ਸਾਨੂੰ ਪਤਾ ਹੈ ਚੈਪਟਰ ਦੇ ਵਿੱਚ ਕਿ ਉਸਨੇ ਫਾਈਨਲ ਜਿਹੜੀ ਜੰਪ ਲਾਈ ਸੀ ਉਹ ਆਪਣੀ ਬੈਸਟ ਲਾਈ ਸੀ, ਮਤਲਬ ਕਿ ਉਸਨੇ ਹੋ ਸਕਦਾ ਹੈ ਕਿ 26 ਫੁੱਟ ਤੋਂ ਉੱਪਰ ਹੀ ਉਸਨੇ ਜੰਪ ਲਾਈ ਸੀ। ਤਾਂ ਜੇਕਰ ਉਹ ਹਾਰਿਆ ਵੀ ਸੀ ਜੈਸੀ ਓਵਨਸ ਤੋਂ ਤਾਂ ਉਹ ਇੰਚਾਂ ਦੇ ਫਰਕ 'ਚ ਹਾਰਿਆ ਹੋਣਾ। ਬੀ ਕਿ ਹੀ ਫੌਟ ਵੈਲ ਦੋ ਹੀ ਡਿਡ ਨੋਟ ਵਿਨ, ਉਹ ਵਧੀਆ ਲੜਿਆ ਹਾਲਾਂਕਿ ਨਹੀਂ ਜਿੱਤ ਸਕਿਆ। ਇਸ ਗੱਲ ਦਾ ਆਂਸਰ ਸਾਡੇ ਕੁਐਸਚਨ ਦਾ ਨਹੀਂ ਹੈ। ਸੀ ਹੀ ਵਾਜ਼ ਨੋਟ ਰੀਅਲੀ ਇੰਟਰਸਟਿਡ ਇਨ ਵਿਨਿੰਗ, ਇਹ ਵੀ ਗੱਲ ਗਲਤ ਹੈ, ਉਹ ਜਿੱਤਣਾ ਚਾਹੁੰਦਾ ਸੀ, ਉਸਨੇ ਪੂਰਾ ਜ਼ੋਰ ਲਾਇਆ ਸੀ। ਲਾਸਟ ਹੈ ਕਿ ਹੀ ਵਾਜ਼ ਮੋਰ ਇੰਟਰਸਟਿਡ ਇਨ ਟੇਕਿੰਗ ਪਾਰਟ ਦੈਨ ਇਨ ਵਿਨਿੰਗ, ਕਿ ਉਹ ਓਲੰਪਿਕ ਦੇ ਵਿੱਚ ਪਾਰਟੀਸਪੇਟ ਕਰਨ ਦੇ ਵਿੱਚ ਜ਼ਿਆਦਾ ਇੰਟਰਸਟਿਡ ਸੀ ਨਾ ਕਿ ਜਿੱਤਣ ਨਾਲੋਂ। ਤਾਂ ਇਹ ਆਂਸਰ ਸਹੀ ਹੈ ਜੀ। ਲੂਜ਼ ਲੌਂਗ ਨੇ 1936 ਦੀਆਂ ਬਰਲਿਨ ਓਲੰਪਿਕਸ ਦੇ ਵਿੱਚ ਪਾਰਟੀਸਪੇਟ ਕੀਤਾ ਸੀ, ਹਾਲਾਂਕਿ ਉਹ ਦੂਸਰੇ ਨੰਬਰ 'ਤੇ ਰਿਹਾ ਸੀ। ਉਸ ਨੂੰ ਸਿਲਵਰ ਮੈਡਲ ਮਿਲਿਆ ਸੀ ਲੌਂਗ ਜੰਪ 'ਚ, ਜਿੱਥੇ ਗੋਲਡ ਮੈਡਲ ਜੈਸੀ ਓਵਨਸ ਨੇ ਲਿਆ ਸੀ। ਇੱਕ ਤਰੀਕੇ ਨਾਲ ਜਿਹੜਾ ਲੂਜ਼ ਲੌਂਗ ਸੀ ਪੈਰੇ ਦਾ ਕੁਬੇਟਾਨ ਦੇ ਆਈਡੀਅਲ ਦੀ ਐਪੀਟਮੀ ਸੀ। ਤਾਂ ਇਸ ਦੇ ਨਾਲ ਬੱਚਿਓ ਸਾਡੇ ਮਲਟੀਪਲ ਚੋਇਸ ਕੁਐਸਚਨਸ ਕਵਰ ਹੁੰਦੇ ਨੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਕੁਐਸਚਨ ਆਨਸਰ ਸਮਝ ਆ ਗਏ ਹੋਣਗੇ। ਹੁਣ ਅਸੀਂ ਆਪਣੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਕਵਰ ਕਰਾਂਗੇ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਸਿਲੇਬਸ ਦੇ ਬਹੁਤ ਸਾਰੇ ਚੈਪਟਰਸ ਆਲਰੇਡੀ ਕਵਰ ਕਰ ਚੁੱਕਿਆ ਹਾਂ। ਇਸ ਦੇ ਵਿੱਚ ਤੁਹਾਡੀ ਪਹਿਲੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਸ ਦਾ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ, ਸੈਕਿੰਡ ਚੈਪਟਰ ਅ ਮੋਸਟ ਫੋਰਗਿਵਿੰਗ ਏਪ, ਥਰਡ ਚੈਪਟਰ ਅ ਯੰਗ ਟਰਕਿਸ਼ ਕੈਟਾਸਟ੍ਰਫੀ, ਫੋਰਥ ਚੈਪਟਰ ਅ ਟਾਈਨੀ ਸੈਂਚੁਰੀ, ਫਿਫਥ ਚੈਪਟਰ ਮਨੋਮਾਜਰਾ, ਸਿਕਸਥ ਚੈਪਟਰ ਜਮੈਕਨ ਫਰੈਗਮੈਂਟ, ਸੈਵਨਥ ਚੈਪਟਰ ਦ ਹੈਰੀਟੇਜ ਆਫ ਇੰਡੀਆ ਅਤੇ 8th ਚੈਪਟਰ ਗੋਲਡ ਇਨ ਦਾ ਨੌਰਥ ਅਸੀਂ ਆਲਰੇਡੀ ਕਵਰ ਕਰ ਲਏ ਨੇ। ਤੁਹਾਡੀ ਸੈਕਿੰਡ ਬੁੱਕ ਦ ਲਿਟਰੇਰੀ ਪੈਟਲਸ ਦੇ ਵੀ ਅਸੀਂ ਬਹੁਤ ਸਾਰੇ ਚੈਪਟਰ, ਜਿਵੇਂ ਕਿ ਪਹਿਲਾ ਚੈਪਟਰ ਹੈ ਤੁਹਾਡਾ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਫੋਰਥ ਚੈਪਟਰ ਦ ਗੈਂਬਲਿੰਗ ਮੈਚ, ਸੈਵਨਥ ਚੈਪਟਰ ਦ ਇਟਰਨਲ ਵਾਏ, ਨਾਈਨਥ ਚੈਪਟਰ ਆਫਟਰ 20 ਈਅਰਸ ਅਸੀਂ ਕਵਰ ਕਰ ਚੁੱਕੇ ਹਾਂ। ਇਸੇ ਬੁੱਕ ਦੇ ਵਿੱਚ ਮੌਜੂਦ ਬਹੁਤ ਸਾਰੀਆਂ ਪੋਇਮ, ਜਿਵੇਂ ਕਿ ਪਹਿਲੀ ਪੋਇਮ ਹੈ ਤੁਹਾਡੀ ਬਾਰਡਰ ਗਾਰਡਸ, ਦੂਸਰੀ ਹੈ ਮਾਈ ਹਾਰਟ ਲੀਵਸ ਵੈਨ ਆਈ ਬਿਹੋਲਡ, ਥਰਡ ਪੋਇਮ ਦ ਕੁਆਲਿਟੀ ਆਫ ਮਰਸੀ, ਫੋਰਥ ਪੋਇਮ ਦ ਫੈਂਸੀ ਡਰੈਸ ਸ਼ੋ, ਫਿਫਥ ਪੋਇਮ ਦ ਸੌਂਗ ਆਫ ਇੰਡੀਆ ਅਤੇ ਸਿਕਸਥ ਪੋਇਮ ਦ ਟਰੀ ਫੈਲ ਡਾਊਨ। ਇਹ ਸਾਰੀਆਂ ਪੋਇਮਸ ਅਸੀਂ ਕਵਰ ਕਰ ਲਈਆਂ ਨੇ। ਇਹਨਾਂ ਸਾਰੇ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ, ਇਹਨਾਂ ਦੇ ਕੁਐਸਚਨ ਆਨਸਰਸ,
ਐਕਸਰਸਾਈਜ਼ ਸੋਲੂਸ਼ਨਸ ਦੇ ਸਾਰੇ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਇਸ ਸਮੇਂ ਅਸੀਂ 9 ਚੈਪਟਰ ਮਾਈ ਗ੍ਰੇਟੈਸਟ 올림픽 ਪ੍ਰਾਈਜ਼ ਦੀ ਸਟੱਡੀ ਕੰਟੀਨਿਊ ਕੀਤੀ ਹੋਈ ਹੈ। ਜੇਕਰ ਬੱਚਿਓ ਤੁਸੀਂ ਇਹ ਸਾਰੇ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਤਾਂ ਸਟੂਡੈਂਟ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਚੈਪਟਰ ਦੇ ਐਂਡ ਤੇ ਜੋ ਐਕਸਰਸਾਈਜ਼ਸ ਤੁਹਾਨੂੰ ਟੈਕਸਟ ਬੁੱਕ ਦੇ ਵਿੱਚ ਦਿੱਤੀਆਂ ਹੋਈਆਂ ਨੇ ਉਹਦੇ ਵਿੱਚ ਸ਼ਾਰਟ ਆਨਸਰ ਟਾਈਪ ਕੁਐਸਚਨਸ ਨਹੀਂ ਹਨ, ਤਾਂ ਮੈਂ ਆਪਣੇ ਵੱਲੋਂ ਕੁਝ ਇੰਪੋਰਟੈਂਟ ਸ਼ਾਰਟ ਆਨਸਰ ਟਾਈਪ ਕੁਐਸਚਨਸ ਤਿਆਰ ਕੀਤੇ ਨੇ। ਹੁਣ ਆਪਾਂ ਉਹੀ ਕੁਐਸਚਨ ਆਨਸਰਸ ਡਿਸਕਸ ਕਰਾਂਗੇ। ਤਾਂ ਸਾਡਾ ਫਰਸਟ ਕੁਐਸਚਨ ਹੈ ਜੀ ਕਿ ਵਾਈ ਵਾਜ਼ ਜੈਸੀ ਨੋਟ ਵਰੀਡ ਅਬਾਊਟ ਹਿਟਲਰਸ ਡੈਕਲੇਰੇਸ਼ਨ ਆਫ ਦਾ ਸੁਪਰਮੇਸੀ ਆਫ ਮਾਸਟਰਸ ਰੇਸ। ਤਾਂ ਚੈਪਟਰ ਦੇ ਇੰਟਰੋਡਕਟਰੀ ਪੈਰੇ ਦੇ ਵਿੱਚ ਹੀ ਹਿਟਲਰ ਦੀ ਮਾਸਟਰ ਰੇਸ ਦੀ ਗੱਲ ਹੁੰਦੀ ਹੈ। ਤਾਂ ਉਸ ਦੇ ਬਾਰੇ ਕੁਐਸਚਨ ਹੈ ਜੀ ਕਿ ਜੈਸੀ ਓਵਨਸ ਕਿਉਂ ਵਰੀਡ ਨਹੀਂ ਸੀ। ਵਾਈ ਦਾ ਮਤਲਬ ਕਿਉਂ, ਵਰੀਡ ਦਾ ਮਤਲਬ ਚਿੰਤਾ ਹੋਣੀ। ਕਿਉਂ ਚਿੰਤਾਤੁਰ ਨਹੀਂ ਸੀ ਹਿਟਲਰ ਦੇ ਉਸ ਡੈਕਲੇਰੇਸ਼ਨ ਤੋਂ, ਡੈਕਲੇਰੇਸ਼ਨ ਮਤਲਬ ਘੋਸ਼ਣਾ ਤੋਂ, ਜਿਸ ਦੇ ਵਿੱਚ ਉਸਨੇ ਆਪਣੀ ਮਾਸਟਰ ਰੇਸ ਦੀ ਸੁਪਰਮੇਸੀ ਨੂੰ ਦੱਸਿਆ ਸੀ। ਸੁਪਰਮੇਸੀ ਦਾ ਮਤਲਬ ਕਿ ਸਭ ਤੋਂ ਵਧੀਆ, ਮਾਸਟਰ ਰੇਸ ਜਿਸ ਨੂੰ ਕਿ ਐਡੋਲਫ ਹਿਟਲਰ ਕਹਿੰਦਾ ਸੀ ਕਿ ਜਰਮਨ ਦੀ ਜਿਹੜੀ ਰੇਸ ਹੈ ਉਹ ਮਾਸਟਰ ਰੇਸ ਹੈ, ਮਤਲਬ ਕਿ ਜਰਮਨ ਲੋਕ ਇਸ ਦੁਨੀਆ ਦੇ ਵਿੱਚ ਸਭ ਤੋਂ ਉੱਪਰ ਨੇ। ਤਾਂ ਚੈਪਟਰ ਦੇ ਇੰਟਰੋਡਕਟਰੀ ਪੈਰੇ ਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਹਿਟਲਰ ਦੀ ਮਾਸਟਰ ਰੇਸ ਤੋਂ ਮਤਲਬ ਸੀ ਕਿ ਜਰਮਨਸ ਵਰ ਸੁਪੀਰੀਅਰ ਟੂ ਆਲ ਅਦਰ ਪੀਪਲ। ਤਾਂ ਇਹਨਾਂ ਹਿਟਲਰ ਦੀਆਂ ਗੱਲਾਂ ਬਾਰੇ ਜੈਸੀ ਵਰੀਡ ਕਿਉਂ ਨਹੀਂ ਸੀ, ਇਹ ਕੁਐਸਚਨ ਹੈ ਜੀ। ਤਾਂ ਅਸੀਂ ਆਨਸਰ ਲਿਖਿਆ ਕਿ ਜੈਸੀ ਵਾਜ਼ ਨਾਟ ਵਰੀਡ ਬਿਕੋਜ਼ ਹੀ ਹੈਡ ਫੁੱਲ ਫੇਥ ਇਨ ਹਿਮਸੈਲਫ, ਕਿ ਜੈਸੀ ਬਿਲਕੁਲ ਵੀ ਚਿੰਤਾ ਨਹੀਂ ਸੀ ਕਰ ਰਿਹਾ ਕਿਉਂਕਿ ਉਸ ਦਾ ਆਪਣੇ ਉੱਪਰ ਪੂਰਾ ਫੇਥ ਸੀ। ਫੇਥ ਦਾ ਮਤਲਬ ਵਿਸ਼ਵਾਸ। ਹੀ ਹੈਡ ਟ੍ਰੇਨਡ, ਸਵੈਟਡ ਐਂਡ ਡਿਸਿਪਲਿਨਡ ਹਿਮਸੈਲਫ ਫॉर 6 years। ਤਾਂ ਉਸਨੇ ਆਪਣੇ ਆਪ ਨੂੰ ਟ੍ਰੇਨ ਕੀਤਾ ਸੀ, ਸਿਖਲਾਈ ਦਿੱਤੀ ਸੀ। ਸਵੈਟਡ ਦਾ ਮਤਲਬ ਉਸਨੇ ਪਸੀਨਾ ਵਹਾਇਆ ਸੀ, ਮਤਲਬ ਕਿ ਉਸਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਅਤੇ ਆਪਣੇ ਆਪ ਨੂੰ ਉਸਨੇ ਅਨੁਸ਼ਾਸਿਤ ਰੱਖਿਆ ਸੀ ਫॉर 6 years। 6 ਸਾਲਾਂ ਤੱਕ ਉਸਨੇ ਇਹ ਕੰਮ ਕੀਤਾ। 6 ਸਾਲ ਦੀ ਸਿਖਲਾਈ ਤੇ ਉਸ ਨੂੰ ਵਿਸ਼ਵਾਸ ਸੀ, ਆਪਣੀ ਮਿਹਨਤ ਤੇ ਵਿਸ਼ਵਾਸ ਸੀ, ਇਸ ਕਰਕੇ ਉਹਨੂੰ ਹਿਟਲਰ ਦੀਆਂ ਇਹਨਾਂ ਮਾਸਟਰ ਰੇਸ ਵਾਲੀਆਂ ਗੱਲਾਂ ਤੇ ਕੋਈ ਚਿੰਤਾ ਨਹੀਂ ਸੀ। ਹੀ ਵਾਜ਼ ਓਨਲੀ ਥਿੰਕਿੰਗ ਅਬਾਊਟ ਦਾ ਗੋਲਡ ਮੈਡਲ। ਉਹ ਸਿਰਫ ਇਹ ਸੋਚ ਰਿਹਾ ਸੀ ਕਿ ਉਸਨੇ ਗੋਲਡ ਮੈਡਲ 1936 ਈਸਵੀ ਵਾਲੀਆਂ ਬਰਲਿਨ 올림픽ਸ ਦੇ ਵਿੱਚ ਕਿਵੇਂ ਜਿੱਤਣਾ ਹੈ। ਤਾਂ ਬੱਚਿਓ, ਆਪਾਂ ਚੈਪਟਰ ਦੇ ਵਿੱਚ ਪੜ੍ਹਿਆ ਸੀ ਜੈਸੀ ਓਵਨਸ ਨੇ ਹਜੇ 1 ਸਾਲ ਪਹਿਲਾਂ ਹੀ ਵਰਲਡ ਰੈਕੋਰਡ ਬਣਾਇਆ ਸੀ ਲੌਂਗ ਜੰਪ ਦੇ ਵਿੱਚ। ਉਸਨੇ 26 ਫੀਟ 8.5 ਇੰਚ ਦਾ ਰੈਕੋਰਡ ਬਣਾਇਆ ਸੀ। ਤਾਂ ਉਹ ਵਰਲਡ ਰੈਕੋਰਡ ਹੋਲਡਰ ਸੀਗਾ ਜੀ। ਉਸਨੇ ਸਿਖਲਾਈ ਬਹੁਤ ਲਈ ਸੀ, ਬਹੁਤ ਆਪਣੇ ਆਪ ਨੂੰ ਤਿਆਰ ਕੀਤਾ ਸੀ, ਇਸ ਕਰਕੇ ਉਸ ਨੂੰ ਹਿਟਲਰ ਦੀਆਂ ਇਹਨਾਂ ਗੱਲਾਂ ਤੇ ਕਿ ਜਰਮਨ ਲੋਕ ਸਭ ਤੋਂ ਉੱਪਰ ਨੇ, ਉਹੀ ਮੈਡਲ ਜਿੱਤਣਗੇ, ਤਾਂ ਇਹਨਾਂ ਗੱਲਾਂ ਦੀ ਉਸ ਨੂੰ ਕੋਈ ਵੀ ਚਿੰਤਾ ਨਹੀਂ ਸੀ। ਤੇ ਜਦੋਂ ਉਹ ਬੋਟ ਦੇ ਵਿੱਚ ਅਮਰੀਕਾ ਤੋਂ ਜਰਮਨੀ ਵੱਲ ਆ ਰਿਹਾ ਸੀ, ਸਾਨੂੰ ਪਤਾ ਹੈ ਬੱਚਿਓ ਕਿ ਜੈਸੀ ਓਵਨਸ ਅਮਰੀਕਨ ਨੀਗਰੋ ਐਥਲੀਟ ਸੀ। ਬੋਟ ਦੇ ਵਿੱਚ ਬੈਠਾ ਇਹੀ ਸੋਚ ਰਿਹਾ ਸੀ ਕਿ ਮੈਂ 1 ਜਾਂ 2 ਗੋਲਡ ਮੈਡਲ ਇਹਨਾਂ 올림픽ਸ ਦੇ ਵਿੱਚ ਲੈ ਕੇ ਘਰ ਜਾਵਾਂਗਾ। ਅਤੇ ਬੱਚਿਓ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 1936 ਦੀਆਂ 올림픽ਸ ਦੇ ਵਿੱਚ ਜੈਸੀ ਓਵਨਸ ਨੇ 4 ਗੋਲਡ ਮੈਡਲ ਪ੍ਰਾਪਤ ਕੀਤੇ। ਸਾਡਾ ਸੈਕਿੰਡ ਕੁਐਸਚਨ ਹੈ ਕਿ ਵਟ ਸਰਪ੍ਰਾਈਜ਼ ਜੈਸੀ ਓਵਨ ਡੂਰਿੰਗ ਦਾ ਟ੍ਰਾਇਲਸ। ਇੱਥੇ ਬੱਚਿਓ ਤੁਸੀਂ ਓਵਨਸ ਪਾ ਲਿਓ। ਤਾਂ ਕਿਹੜੀ ਚੀਜ਼ ਨੇ ਹੈਰਾਨ ਕੀਤਾ ਜੈਸੀ ਓਵਨਸ ਨੂੰ ਟ੍ਰਾਇਲ ਦੇ ਦੌਰਾਨ। ਤਾਂ ਬੱਚਿਓ, ਤੁਹਾਨੂੰ ਪਤਾ ਹੈ ਕਿ 올림픽 ਗੇਮ ਦੇ ਵਿੱਚ ਫਾਈਨਲ ਇਵੈਂਟ ਤੋਂ ਪਹਿਲਾਂ ਟ੍ਰਾਇਲਸ ਹੁੰਦੇ ਨੇ। ਤਾਂ ਉਦੋਂ ਜੈਸੀ ਓਵਨ ਕਿਸੇ ਚੀਜ਼ ਨਾਲ ਬਹੁਤ ਜ਼ਿਆਦਾ ਹੈਰਾਨ ਹੋਇਆ ਸੀ। ਤਾਂ ਉਹ ਕਿਹੜੀ ਚੀਜ਼ ਸੀ। ਤਾਂ ਬੱਚਿਓ, ਇਸ ਦਾ ਆਨਸਰ ਹੈ ਕਿ ਹੀ ਵਾਜ਼ ਸਰਪ੍ਰਾਈਜ਼ਡ ਟੂ ਸੀ ਅ ਟਾਲ ਬॉय ਹੂ ਵਾਜ਼ ਹਿਟਿੰਗ ਦਾ ਪਿਟ ਐਟ ਆਲਮੋਸਟ 26 ਫੀਟ ਇਨ ਹਿਸ ਪ੍ਰੈਕਟਿਸ। ਤਾਂ ਤੁਹਾਨੂੰ ਬੱਚਿਓ ਪਤਾ ਹੈ ਕਿ ਟ੍ਰਾਇਲਸ ਦੇ ਦੌਰਾਨ ਖਿਡਾਰੀ ਪ੍ਰੈਕਟਿਸ ਵੀ ਕਰਦੇ ਨੇ। ਉਹ ਬੜਾ ਹੈਰਾਨ ਹੋਇਆ, ਇੱਥੇ ਹੀ ਦਾ ਮਤਲਬ ਜੈਸੀ ਓਵਨਸ ਹੈ। ਉਹ ਬੜਾ ਹੈਰਾਨ ਹੋਇਆ ਇਹ ਦੇਖ ਕੇ ਕਿ ਇੱਕ ਲੰਬਾ ਲੜਕਾ ਪਿਟ ਨੂੰ, ਹੁਣ ਪਿਟ ਕਿਸ ਨੂੰ ਕਿਹਾ ਜਾਂਦਾ ਬੱਚਿਓ, ਉਹ ਮਿੱਟੀ ਦੇ ਏਰੀਆ ਨੂੰ ਕਿਹਾ ਜਾਂਦਾ ਹੈ ਜਿਸ ਦੇ ਉੱਪਰ ਜਾ ਕੇ ਖਿਡਾਰੀ ਫੋਲੋ ਥਰੂ 'ਚ ਛਾਲ ਮਾਰਦੇ ਨੇ। ਤਾਂ ਉਸ ਪਿਟ ਨੂੰ ਉਹ ਹਿੱਟ ਕਰ ਰਿਹਾ ਸੀ ਆਲਮੋਸਟ 26 ਫੀਟ। ਆਪਣੇ ਪ੍ਰੈਕਟਿਸ 'ਚ ਹੀ ਉਹ ਹਿੱਟ ਕਰ ਰਿਹਾ ਸੀ ਕਿ ਉਹ ਲੰਬਾ ਲੜਕਾ ਪ੍ਰੈਕਟਿਸ ਦੇ ਵਿੱਚ ਹੀ ਉਸ ਪਿਟ ਦੇ ਵਿੱਚ 26 ਫੀਟ ਤੱਕ ਛਲੰਗ ਲੈ ਰਿਹਾ ਸੀ। ਇਹ ਚੀਜ਼ ਦੇਖ ਕੇ ਜੈਸੀ ਓਵਨਸ ਬਹੁਤ ਜ਼ਿਆਦਾ ਹੈਰਾਨ ਹੋਇਆ। ਹੁਣ ਯਾਦ ਕਰੋ ਬੱਚਿਓ ਕਿ ਜੈਸੀ ਓਵਨ ਨੇ ਆਪਣਾ ਜੋ ਵਰਲਡ ਰਿਕਾਰਡ 1 ਸਾਲ ਪਹਿਲਾਂ ਬਣਾਇਆ ਸੀ ਉਹ 26 ਫੀਟ 8.5 ਇੰਚ ਦਾ ਬਣਾਇਆ ਸੀ। ਤੇ ਇੱਕ ਯੰਗ ਲੜਕਾ ਤੇ ਟੌਲ ਲੜਕਾ, ਆਲਮੋਸਟ ਇਹ ਜਿਹੜਾ ਟੌਲ ਲੜਕਾ ਸੀ ਇਹ 6 ਫੀਟ ਤੋਂ ਥੋੜਾ ਜ਼ਿਆਦਾ ਕੱਦ ਦਾ ਸੀ ਅਤੇ ਉਹ ਯੰਗ ਵੀ ਸੀ, 21 ਸਾਲਾਂ ਦਾ ਸੀ ਉਸ ਸਮੇਂ ਉਹ ਲੜਕਾ। ਤਾਂ ਉਸ ਨੂੰ ਦੇਖ ਕੇ ਜੈਸੀ ਓਵਨਸ ਬਹੁਤ ਜ਼ਿਆਦਾ ਹੈਰਾਨ ਹੋਇਆ ਸੀ ਕਿ 26 ਫੀਟ ਦੀ ਛਲੰਗ ਲਈ ਜਾ ਰਹੇ ਆਪਣੀ ਪ੍ਰੈਕਟਿਸ 'ਚ। ਹਿਜ਼ ਨੇਮ ਵਾਜ਼ ਲੁਜ਼ਲੋਂਗ। ਤਾਂ ਬਾਅਦ 'ਚ ਪਤਾ ਲੱਗਿਆ ਜੈਸੀ ਓਵਨਸ ਨੂੰ ਕਿ ਉਸ
ਯੰਗ ਲੜਕੇ ਦਾ ਨਾਮ ਲੂਜ਼ ਲੌਂਗ ਹੈ। ਹੀ ਵਾਜ਼ ਕੈਪਟ ਹਿਡਨ ਬਾय ਹਿਟਲਰ ਟਿਲ ਦੈਨ। ਉਸ ਨੂੰ ਹਿਟਲਰ ਨੇ, ਐਡੋਲਫ ਹਿਟਲਰ ਨੇ ਛੁਪਾ ਕੇ ਰੱਖਿਆ ਹੋਇਆ ਸੀ। ਕੀਪ ਹਾਈਡ ਦਾ ਮਤਲਬ ਹੁੰਦਾ ਬੱਚਿਓ ਛੁਪਾ ਕੇ ਰੱਖਣਾ ਕਿਸੇ ਨੂੰ, ਤਾਂ ਉਸ ਨੂੰ ਛੁਪਾ ਕੇ ਰੱਖਿਆ ਹੋਇਆ ਸੀ ਹਿਟਲਰ ਨੇ ਟਿਲ ਦੈਨ, ਉਦੋਂ ਤੱਕ। ਮਤਲਬ ਹਿਟਲਰ ਇਹ ਚਾਹੁੰਦਾ ਸੀ ਕਿ ਸਾਰੇ ਖਿਡਾਰੀਆਂ ਨੂੰ ਇੱਕ ਸਰਪ੍ਰਾਈਜ਼ ਦਿੱਤਾ ਜਾਵੇ, ਤਾਂ ਇੱਕਦਮ ਉਸਨੇ ਓਲੰਪਿਕਸ ਦੇ ਵਿੱਚ ਹੀ ਆਪਣੇ ਦੇਸ਼ ਦੇ ਖਿਡਾਰੀ ਲੂਜ਼ ਲੌਂਗ ਨੂੰ ਉਤਾਰਿਆ ਸੀ। ਇਸ ਕਰਕੇ ਜੈਸੀ ਓਵਨਸ ਉਸ ਲੰਬੇ ਲੜਕੇ ਨੂੰ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਸੀ। ਸਾਡੇ ਥਰਡ ਕੁਐਸਚਨ ਦੇ ਵਿੱਚ ਇੱਕ ਸਟੇਟਮੈਂਟ ਚੈਪਟਰ ਦੇ ਵਿੱਚੋਂ ਲਈ ਗਈ ਹੈ, ਜਿਵੇਂ ਕਿ ਤੁਸੀਂ ਕੋਟਸ ਦੇਖ ਰਹੇ ਹੋ ਕਿ ਇੱਕ ਸਟੇਟਮੈਂਟ ਕੋਟਸ ਦੇ ਵਿੱਚ ਹੈ। ਇਹ ਐਕਚੁਅਲੀ ਚੈਪਟਰ ਦੀ ਹੀ ਸਟੇਟਮੈਂਟ ਹੈ ਕਿ ਐਨ ਐਂਗਰੀ ਐਥਲੀਟ ਇਜ਼ ਐਨ ਐਥਲੀਟ ਹੂ ਵਿਲ ਮੇਕ ਮਿਸਟੇਕਸ ਐਜ਼ ਐਨੀ ਕੋਚ ਵਿਲ ਟੈਲ ਯੂ। ਤਾਂ ਬੱਚਿਓ ਇਹ ਸਟੇਟਮੈਂਟ ਸਾਡੇ ਚੈਪਟਰ ਦੇ 5ਵੇਂ ਪੈਰਾਗ੍ਰਾਫ ਦੇ ਬਿਲਕੁਲ ਸ਼ੁਰੂ 'ਚ ਹੀ ਆਉਂਦੀ ਹੈ। ਤਾਂ ਇਸ ਦੇ ਵਿੱਚ ਇਹ ਗੱਲ ਹੈ ਕਿ ਇੱਕ ਐਂਗਰੀ ਐਥਲੀਟ, ਇੱਕ ਨਾਰਾਜ਼ ਐਥਲੀਟ, ਉਹ ਐਥਲੀਟ ਹੁੰਦਾ ਹੈ ਜੋ ਕਿ ਗਲਤੀਆਂ ਕਰਦਾ ਹੈ। ਹੂ ਵਿਲ ਮੇਕ ਮਿਸਟੇਕਸ, ਇੱਕ ਨਾਰਾਜ਼ ਐਥਲੀਟ ਗਲਤੀਆਂ ਕਰਦਾ ਹੈ। ਇਹ ਕੋਈ ਵੀ ਕੋਚ ਤੁਹਾਨੂੰ ਦੱਸ ਸਕਦਾ ਹੈ। ਤਾਂ ਇਸ ਗੱਲ ਦੀ ਪੁਸ਼ਟੀ ਕੋਈ ਵੀ ਕੋਚ ਤੁਹਾਨੂੰ ਕਰ ਸਕਦਾ ਹੈ ਕਿ ਜੇਕਰ ਖਿਡਾਰੀ ਨਾਰਾਜ਼ ਹੋ ਜਾਵੇ ਤਾਂ ਉਹ ਤੋਂ ਗਲਤੀਆਂ ਹੋਣਗੀਆਂ ਹੀ ਹੋਣਗੀਆਂ। ਤਾਂ ਸਾਨੂੰ ਇਹ ਪੁੱਛਿਆ ਗਿਆ ਹੈ ਕਿ ਜਸਟੀਫਾਈ ਦਿਸ ਸਟੇਟਮੈਂਟ, ਕਿ ਅਸੀਂ ਇਸ ਸਟੇਟਮੈਂਟ ਨੂੰ ਜੋ ਕਿ ਚੈਪਟਰ ਦੇ ਵਿੱਚ ਆਈ ਹੈ ਉਸ ਨੂੰ ਸਾਨੇ ਜਸਟੀਫਾਈ ਕਰਨਾ ਹੈ। ਜਸਟੀਫਾਈ ਦਾ ਮਤਲਬ ਕਿ ਸਾਨੇ ਦੱਸਣਾ ਹੈ ਕਿ ਇਹ ਸਟੇਟਮੈਂਟ ਬਿਲਕੁਲ ਠੀਕ ਹੈ। ਤਾਂ ਬੱਚਿਓ ਤੁਹਾਨੂੰ ਯਾਦ ਹੋਣਾ, ਜਦੋਂ ਜੈਸੀ ਓਵਨਸ ਟਰਾਇਲ ਦੇ ਵਿੱਚ ਲੂਜ਼ ਲੌਂਗ ਨੂੰ ਦੇਖਦਾ ਹੈ ਅਤੇ ਉਹ ਇਹ ਗੱਲ ਨੋਟ ਕਰਦਾ ਹੈ ਕਿ ਲੂਜ਼ ਲੌਂਗ ਬਹੁਤ ਹੀ ਯੰਗ ਹੈ, ਹਾਰਡਲੀ 21 ਸਾਲਾਂ ਦਾ ਹੈ ਉਹ, ਅਤੇ 6 ਫੁੱਟ ਤੋਂ ਜ਼ਿਆਦਾ ਕੱਦ ਹੈ ਉਸਦਾ, ਟਾਲ ਹੈ, ਅਤੇ ਉਹ ਲੌਂਗ ਜੰਪ ਵਾਲੀ ਜਿਹੜੀ ਮਿੱਟੀ ਵਾਲੀ ਪਿੱਟ ਹੈ ਉਸ ਦੇ ਉੱਪਰ ਲਗਾਤਾਰ 26 ਫੀਟ ਦੀ ਪ੍ਰੈਕਟਿਸ ਵਾਲੇ ਜੰਪ ਲਾ ਰਿਹਾ ਹੈ। ਦੂਸਰੀ ਗੱਲ ਇਹ ਸੀ ਕਿ ਉਹ ਲੂਜ਼ ਲੌਂਗ ਜਰਮਨ ਸੀ, ਉਹ ਜਰਮਨੀ ਦਾ ਖਿਡਾਰੀ ਸੀ। ਜੈਸੀ ਓਵਨਸ ਨੂੰ ਇਹ ਵੀ ਪਤਾ ਸੀ ਕਿ ਐਡੋਲਫ ਹਿਟਲਰ ਮਾਸਟਰ ਰੇਸ ਥਿਓਰੀ ਦੇ ਵਿੱਚ ਵਿਸ਼ਵਾਸ ਕਰਦਾ ਸੀ। ਉਹਨੂੰ ਲੱਗਦਾ ਸੀ ਕਿ ਜਰਮਨ ਸਭ ਤੋਂ ਸੁਪੀਰੀਅਰ ਨੇ। ਤਾਂ ਇਹ ਚੀਜ਼ ਨੇ ਜੈਸੀ ਓਵਨਸ ਨੂੰ ਥੋੜ੍ਹਾ ਜਿਹਾ ਨਾਰਾਜ਼ ਕਰਤਾ ਕਿ ਮੈਂ ਲੂਜ਼ ਲੌਂਗ ਤੋਂ ਨਹੀਂ ਹਾਰਨਾ, ਕਿਉਂਕਿ ਜੇਕਰ ਲੂਜ਼ ਲੌਂਗ ਜਿੱਤ ਜਾਂਦਾ ਹੈ ਤਾਂ ਫਿਰ ਹਿਟਲਰ ਦੀ ਤਾਂ ਬੱਲੇ ਬੱਲੇ ਹੈ। ਉਸ ਦੀ ਤਾਂ ਉਹ ਜਿਹੜੀ ਥਿਓਰੀ ਹੈ ਜਿਸ ਤੇ ਵਿਸ਼ਵਾਸ ਕਰਦਾ ਹੈ, ਮਾਸਟਰ ਰੇਸ ਦੀ ਥਿਓਰੀ, ਤਾਂ ਉਸ ਤੇ ਤਾਂ ਉਹ ਫਿਰ ਹੋਰ ਵੀ ਜ਼ਿਆਦਾ ਘਮੰਡ ਕਰੇਗਾ। ਇਸ ਚੀਜ਼ ਨੇ ਜੈਸੀ ਓਵਨਸ ਨੂੰ ਨਾਰਾਜ਼ਗੀ ਨਾਲ ਭਰਤਾ ਤੇ ਫਿਰ ਉਸ ਤੋਂ ਗਲਤੀਆਂ ਹੋਈਆਂ, ਜਿਵੇਂ ਕਿ ਅਸੀਂ ਚੈਪਟਰ ਦੇ ਵਿੱਚ ਪੜ੍ਹਿਆ। ਤਾਂ ਅਸੀਂ ਆਨਸਰ ਲਿਖਾਂਗੇ। ਤਾਂ ਆਨਸਰ ਹੈ ਜੀ ਕਿ ਜੈਸੀ ਥੌਟ ਦੈਟ ਇਫ ਲੂਜ਼ ਲੌਂਗ ਵਨ ਇਟ ਵੁੱਡ ਐਡ ਸਪੋਰਟ ਟੂ ਨਾਜ਼ੀਜ਼ ਆਰੀਅਨ ਸੁਪੀਰੀਓਰਿਟੀ ਥਿਓਰੀ। ਤਾਂ ਜੈਸੀ ਨੇ ਸੋਚਿਆ ਕਿ ਜੇਕਰ ਲੂਜ਼ ਲੌਂਗ ਜਿੱਤ ਜਾਂਦਾ ਹੈ, ਇਫ ਲੂਜ਼ ਲੌਂਗ ਵਨ, ਕੰਡੀਸ਼ਨਲ ਕਲੌਜ਼ ਲੱਗੀ ਹੋਈ ਹੈ, ਤਾਂ ਇਸ ਦੇ ਨਾਲ ਕੀ ਹੋਏਗਾ ਕਿ ਨਾਜ਼ੀਆਂ ਦੀ ਜਿਹੜੀ ਆਰੀਅਨ ਸੁਪੀਰੀਓਰਿਟੀ ਥਿਓਰੀ ਹੈ ਉਸ ਨੂੰ ਬਲ ਮਿਲੇਗਾ। ਇਟ ਵੁੱਡ ਐਡ ਸਪੋਰਟ, ਐਡ ਸਪੋਰਟ ਦਾ ਮਤਲਬ ਹੁੰਦਾ ਹੈ ਬਲ ਮਿਲਣਾ, ਕਿ ਨਾਜ਼ੀ ਲੋਕਾਂ ਦੀ ਜਿਹੜੀ ਆਰੀਅਨ ਸੁਪੀਰੀਓਰਿਟੀ ਥਿਓਰੀ ਹੈ ਉਹ ਹੋਰ ਜ਼ਿਆਦਾ ਪ੍ਰਸਿੱਧ ਹੋ ਜਾਏਗੀ, ਹੋਰ ਜ਼ਿਆਦਾ ਫੈਲ ਜਾਏਗੀ ਕਿ ਹਾਂ ਭਾਈ ਜਰਮਨ ਲੋਕ ਹੀ ਗੋਲਡ ਮੈਡਲ ਜਿੱਤ ਸਕਦੇ ਨੇ, ਬਾਕੀ ਤਾਂ ਸਾਰੇ ਦੇਸ਼ਾਂ ਦੇ ਜਿਹੜੇ ਲੋਕ ਨੇ ਉਹ ਜਰਮਨ ਲੋਕਾਂ ਦੇ ਬਰਾਬਰ ਹੀ ਨਹੀਂ ਹੈ। ਹੀ ਡਿਡਨਟ ਵਾਂਟ ਟੂ ਲੂਜ਼, ਤਾਂ ਇਸ ਕਰਕੇ ਜੈਸੀ ਹਾਰਨਾ ਨਹੀਂ ਸੀ ਚਾਹੁੰਦਾ। ਇੱਥੇ ਹੀ ਦਾ ਮਤਲਬ ਜੈਸੀ ਤੋਂ ਹੈ। ਸੋ ਇਸ ਕਰਕੇ ਹੀ ਵਾਜ਼ ਫਿਲਡ ਵਿਦ ਐਂਗਰ, ਤਾਂ ਉਹ ਨਾਰਾਜ਼ ਹੋ ਗਿਆ। ਫਿਲਡ ਵਿਦ ਐਂਗਰ ਮਤਲਬ ਨਾਰਾਜ਼ਗੀ ਨਾਲ ਭਰ ਗਿਆ। ਐਂਡ ਫਾਉਲ ਟਵਾਈਸ ਇਨ ਹਿਜ਼ ਕੁਆਲੀਫਾਈਂਗ ਜੰਪਸ, ਅਤੇ ਉਸਨੇ 2 ਵਾਰੀ, ਟਵਾਈਸ ਦਾ ਮਤਲਬ 2 ਵਾਰੀ ਫਾਉਲ ਕੀਤਾ। ਫਾਉਲ ਦਾ ਮਤਲਬ ਕਿ ਉਸਨੇ ਗਲਤੀ ਕੀਤੀ ਆਪਣੇ ਕੁਆਲੀਫਾਈਂਗ ਜੰਪਸ ਦੇ ਵਿੱਚ। ਕੁਆਲੀਫਾਈਂਗ ਦਾ ਮਤਲਬ ਹੁੰਦਾ ਬੱਚਿਓ, ਮੈਂ ਤੁਹਾਨੂੰ ਚੈਪਟਰ ਦੀ ਐਕਸਪਲੇਨੇਸ਼ਨ ਦੇ ਵਿੱਚ ਵੀ ਦੱਸਿਆ ਸੀ ਕਿ ਜਦੋਂ ਟਰਾਇਲਸ ਹੁੰਦੇ ਨੇ ਤਾਂ ਇੱਕ ਪਾਰਟਿਕੂਲਰ ਟਾਸਕ ਰੱਖ ਦਿੱਤਾ ਜਾਂਦਾ ਹੈ। ਮੰਨ ਲਓ ਕਿ ਹਰ ਇੱਕ ਖਿਡਾਰੀ ਨੇ 24 ਫੀਟ ਦਾ ਜੰਪ ਲੈਣਾ ਹੀ ਲੈਣਾ, ਤਾਂ ਉਸ ਨੂੰ ਕੁਆਲੀਫਾਈਂਗ ਜੰਪ ਕਿਹਾ ਜਾਂਦਾ ਹੈ। ਅਤੇ ਜੇਕਰ ਖਿਡਾਰੀ 24 ਫੀਟ ਦਾ ਜੰਪ ਨਹੀਂ ਲੈਂਦਾ ਤਾਂ ਫਿਰ ਉਹ ਟਰਾਇਲ 'ਚੋਂ ਹੀ ਬਾਹਰ ਹੋ ਜਾਂਦਾ ਅਤੇ ਫਾਈਨਲ ਇਵੈਂਟ ਤੱਕ ਨਹੀਂ ਪਹੁੰਚਦਾ। ਤਾਂ ਤੁਹਾਨੂੰ ਮੈਂ ਚੈਪਟਰ ਦੀ ਐਕਸਪਲੇਨੇਸ਼ਨ 'ਚ ਬੱਚਿਓ ਇਹ ਵੀ ਦੱਸਿਆ ਸੀ ਕਿ ਹਰ ਇੱਕ ਖਿਡਾਰੀ ਨੂੰ ਟਰਾਇਲ ਦੇ ਵਿੱਚ 3 ਮੌਕੇ ਮਿਲਦੇ ਹੈ। ਜੈਸੀ ਓਵਨਸ ਨੇ ਇਸ ਨਾਰਾਜ਼ਗੀ ਦੇ ਨਾਲ ਆਪਣੇ ਦੋਨੇ ਪਹਿਲੇ ਮੌਕਿਆਂ ਦੇ ਵਿੱਚ ਫਾਉਲ ਜੰਪ ਲਿਆ ਸੀ। ਉਸ ਦਾ ਪੈਰ ਜਿਹੜਾ ਟੇਕ ਆਫ ਬੋਰਡ ਹੁੰਦਾ ਹੈ, ਫੱਟਾ ਹੁੰਦਾ ਹੈ, ਉਸ ਦੇ ਉੱਪਰੋਂ ਦੀ ਜਾ ਰਿਹਾ ਸੀ। ਇਸ ਕਰਕੇ ਉਸ ਦਾ ਉਹ ਜੰਪ ਮੰਨਿਆ ਹੀ ਨਹੀਂ ਸੀ ਗਿਆ। ਹਾਲਾਂਕਿ ਜੈਸੀ ਓਵਨਸ ਤੋਂ ਇਹ ਕੋਈ ਆਸ ਨਹੀਂ ਸੀ ਕਰ ਰਿਹਾ ਕਿ ਉਹ 2 ਵਾਰੀ ਫਾਉਲ ਕਰ ਦੂਗਾ, ਕਿਉਂਕਿ ਉਹ ਵਰਲਡ ਰੈਕੋਰਡ ਹੋਲਡਰ ਹੈ। ਜੈਸੀ ਓਵਨਸ ਦੇ ਜਰਮਨੀ ਦੀਆਂ 1936 ਵਾਲੀਆਂ ਓਲੰਪਿਕਸ ਆਉਣ ਤੋਂ ਪਹਿਲਾਂ ਹੀ ਜੈਸੀ ਹੋ ਰਹੀ ਸੀ। ਈਵਨ ਕਿ ਮੈਂ ਜਦੋਂ ਇੰਟਰਨੈਟ 'ਤੇ ਜੈਸੀ ਓਵਨਸ ਬਾਰੇ ਪੜ੍ਹਿਆ ਤਾਂ ਮੈਨੂੰ ਪਤਾ ਲੱਗਿਆ ਕਿ ਸਾਰੇ ਜਰਮਨ ਦੇ ਜੋ ਉੱਥੇ ਆਡੀਅנס ਆਈ ਹੋਈ ਸੀ ਉਹ ਕਹਿ ਰਹੀ ਸੀ ਵੇਅਰ ਇਜ਼ ਜੈਸੀ, ਵੇਅਰ ਇਜ਼ ਜੈਸੀ। ਇੰਨੀ ਜ਼ਿਆਦਾ ਉਸਦਾ ਕਰੇਜ਼ ਸੀਗਾ ਲੋਕਾਂ ਦੇ ਅੱਗੇ, ਲੇਕਿਨ ਫਿਰ ਵੀ ਉਸ ਤੋਂ 2 ਵਾਰੀ ਨਾ ਜੰਪ ਫਾਉਲ ਹੋ ਗਿਆ। ਉਹ ਕਿਉਂ ਹੋਇਆ?
ਸਿਰਫ ਇਸੇ ਕਰਕੇ ਕਿਉਂਕਿ ਉਸ ਸਮੇਂ ਉਹ ਮੈਂਟਲੀ ਤੌਰ ਤੇ ਬੈਲੈਂਸ ਨਹੀਂ ਸੀ, ਨਾਰਾਜ਼ਗੀ ਨਾਲ ਭਰਿਆ ਹੋਇਆ ਸੀ। ਉਸ ਨੂੰ ਸਿਰਫ ਹਿਟਲਰ ਦੀਆਂ ਗੱਲਾਂ ਦਿਖ ਰਹੀਆਂ ਸੀ, ਉਹ ਹਾਰਨਾ ਨਹੀਂ ਸੀ ਚਾਹੁੰਦਾ ਤੇ ਇਸੇ ਨਾਰਾਜ਼ਗੀ ਦੇ ਚੱਲਦੇ ਹੋਏ ਉਸ ਤੋਂ 2 ਵਾਰੀ ਫਾਉਲ ਹੋਇਆ। ਇਸ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਚੈਪਟਰ ਦੇ ਵਿੱਚ ਇਹ ਵਾਲੀ ਸਟੇਟਮੈਂਟ ਆਈ ਹੈ ਇਹ ਬਿਲਕੁਲ ਸਹੀ ਹੈ। ਇੱਕ ਖਿਡਾਰੀ ਨੂੰ, ਇੱਕ ਐਥਲੀਟ ਨੂੰ ਹਮੇਸ਼ਾ ਕਾਮ ਰਹਿਣਾ ਚਾਹੀਦਾ ਹੈ, ਸ਼ਾਂਤ ਰਹਿਣਾ ਚਾਹੀਦਾ ਹੈ। ਜੇਕਰ ਉਸ ਦੇ ਅੰਦਰ ਨਾਰਾਜ਼ਗੀ ਹੋਏਗੀ ਤਾਂ ਉਸ ਤੋਂ ਗਲਤੀਆਂ ਹੋਣਗੀਆਂ, ਜਿਵੇਂ ਕਿ ਜੈਸੀ ਓਵਨਸ ਤੋਂ ਹੋਈਆਂ। ਸਾਡਾ 4th ਕੁਐਸਚਨ ਹੈ ਜੀ ਕਿ ਵਟ ਵਾਸ ਦਾ ਨਾਜ਼ੀਜ਼ ਆਰੀਅਨ ਸੁਪੀਰੀਅਰਿਟੀ ਥਿਓਰੀ ਔਰ ਮਾਸਟਰ ਰੇਸ ਥਿਓਰੀ। ਤਾਂ ਬੱਚਿਓ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਪੇਪਰ ਦੇ ਵਿੱਚ ਆ ਸਕਦਾ ਹੈ ਕਿ ਨਾਜ਼ੀਆਂ ਦੀ ਆਰੀਅਨ ਸੁਪੀਰੀਅਰਿਟੀ ਥਿਓਰੀ ਕਿਹੜੀ ਸੀ ਜਾਂ ਮਾਸਟਰ ਰੇਸ ਥਿਓਰੀ ਕਿਹੜੀ ਸੀ। ਚੈਪਟਰ ਦੇ ਇੰਟਰੋਡਕਟਰੀ ਪੈਰੇ ਦੇ ਵਿੱਚ ਹੀ ਹਿਟਲਰ ਦੀ ਮਾਸਟਰ ਰੇਸ ਥਿਓਰੀ ਆਉਂਦੀ ਹੈ ਤੇ ਨਾਜ਼ੀਜ਼ ਆਰੀਅਨ ਸੁਪੀਰੀਅਰਿਟੀ ਥਿਓਰੀ ਦਾ ਵੀ ਜ਼ਿਕਰ ਚੈਪਟਰ ਦੇ 4ਥੇ ਪੈਰੇ ਦੇ ਵਿੱਚ ਆਉਂਦਾ ਹੈ। ਤਾਂ ਸਾਡਾ ਕੁਐਸਚਨ ਇਹੀ ਹੈ ਕਿ ਇਸ ਥਿਓਰੀ ਦਾ ਕੀ ਮਤਲਬ ਹੈ। ਤਾਂ ਆਨਸਰ ਅਸੀਂ ਦਵਾਂਗੇ ਜੀ ਕਿ ਐਡੋਲਫ ਹਿਟਲਰ ਬਿਲੀਵਡ ਇਨ ਆਰੀਅਨ ਸੁਪੀਰੀਅਰਿਟੀ ਥਿਓਰੀ, ਕਿ ਐਡੋਲਫ ਹਿਟਲਰ ਜੋ ਕਿ ਜਰਮਨੀ ਦਾ ਤਾਨਾਸ਼ਾਹ ਸੀ, ਉਹ ਆਰੀਅਨ ਦੀ ਸੁਪੀਰੀਅਰਿਟੀ ਥਿਓਰੀ ਦੇ ਵਿੱਚ ਵਿਸ਼ਵਾਸ ਕਰਦਾ ਸੀ। ਬਿਲੀਵਡ ਇਨ ਪ੍ਰੈਪੋਜੀਸ਼ਨ ਲਗਾਵਾਂਗੇ ਬੱਚਿਓ ਬਿਲੀਵ ਤੋਂ ਬਾਅਦ। ਤਾਂ ਆਰੀਆ ਲੋਕਾਂ ਦੀ ਸਭ ਤੋਂ ਵਧੀਆ ਨਸਲ ਹੈ, ਇਸ ਥਿਓਰੀ ਦੇ ਉੱਪਰ ਹਿਟਲਰ ਦਾ ਵਿਸ਼ਵਾਸ ਸੀ। ਹੀ ਥਾਟ, ਉਹ ਸੋਚਦਾ ਸੀ ਦੈਟ ਦ ਜਰਮਨਸ ਵਰ ਸੁਪੀਰੀਅਰ ਟੂ ਆਲ ਅਦਰ ਪੀਪਲ, ਕਿ ਜਿਹੜੇ ਜਰਮਨ ਲੋਕ ਨੇ ਉਹ ਬਾਕੀ ਸਾਰੇ ਲੋਕਾਂ ਨਾਲੋਂ ਸੁਪੀਰੀਅਰ ਨੇ। ਸੁਪੀਰੀਅਰ ਦਾ ਮਤਲਬ ਵਧੀਆ, ਕਿ ਜਰਮਨ ਨਸਲ ਬਾਕੀ ਸਾਰੇ ਲੋਕਾਂ ਦੀ ਨਸਲ ਨਾਲੋਂ ਉੱਪਰ ਹੈ। ਇਸ ਕਰਕੇ ਉਸ ਨੂੰ ਲੱਗਦਾ ਸੀ ਕਿ 1936 ਦੀਆਂ ਜਿਹੜੀਆਂ ਬਰਲਿਨ ਓਲੰਪਿਕਸ ਨੇ ਜੋ ਕਿ ਜਰਮਨੀ ਦੇ ਵਿੱਚ ਹੀ ਹੋ ਰਹੀਆਂ ਸੀ, ਉਸ ਦੇ ਵਿੱਚ ਸਾਰੇ 골ਡ ਮੈਡਲ ਜਰਮਨ ਦੇ ਲੋਕ ਜਿੱਤਣਗੇ। ਤਾਂ ਉਸ ਨੇ ਇਸ ਗੱਲ ਦਾ ਪ੍ਰਚਾਰ ਪੂਰੀ ਦੁਨੀਆ 'ਚ ਕਰਤਾ ਸੀ। ਮੈਂ ਤੁਹਾਨੂੰ ਚੈਪਟਰ ਦੀ ਐਕਸਪਲੇਨੇਸ਼ਨ ਦੇ ਵਿੱਚ ਬੱਚੇ ਇਹ ਵੀ ਦੱਸਿਆ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਐਂ ਲੱਗਣ ਲੱਗ ਗਿਆ ਸੀ ਕਿ ਵਰਲਡ ਵਾਰ ਹੋਏਗੀ, ਕਿਉਂਕਿ ਕਾਫੀ ਜ਼ਿਆਦਾ ਗਰੁੱਪਿਜ਼ਮ ਹੋ ਗਿਆ ਸੀਗਾ ਸਾਰੇ ਦੇਸ਼ਾਂ ਦੇ ਵਿੱਚ ਤੇ ਵਰਲਡ ਵਾਰ 2 ਲੱਗਣ ਦੇ ਪੂਰੇ ਆਸਾਰ ਸੀ। ਤਾਂ ਜਰਮਨ ਲੋਕ ਇਹਨਾਂ ਗੱਲਾਂ ਨਾਲ ਬਹੁਤ ਜ਼ਿਆਦਾ ਉਤਸ਼ਾਹਿਤ ਹੋ ਗਏ ਸੀ। ਉਹਨਾਂ ਨੂੰ ਲੱਗਣ ਲੱਗ ਗਿਆ ਸੀ ਕਿ ਹਿਟਲਰ ਜੋ ਕਹਿ ਰਿਹਾ ਹੈ ਸਹੀ ਕਹਿ ਰਿਹਾ ਹੈ। ਦਾ ਨੈਸ਼ਨਲਿਸਟਿਕ ਫੀਲਿੰਗਸ ਵਰ ਪ੍ਰਾਈਮ ਐਟ ਦੈਟ ਟਾਈਮ। ਤਾਂ ਇਸ ਕਰਕੇ ਜਿਹੜੀਆਂ ਉਸ ਸਮੇਂ ਰਾਸ਼ਟਰੀ ਭਾਵਨਾਵਾਂ ਸੀ, ਨੈਸ਼ਨਲਿਸਟਿਕ ਬੱਚੇ ਉਹ ਨੇਸ਼ਨ ਤੋਂ ਬਣੇ ਹੈ। ਨੇਸ਼ਨ ਦਾ ਮਤਲਬ ਰਾਸ਼ਟਰ ਹੁੰਦਾ ਹੈ, ਨੇਸ਼ਨ ਤੋਂ ਹੀ ਨੈਸ਼ਨਲ ਬਣਦਾ ਹੈ ਤੇ ਨੈਸ਼ਨਲ ਤੋਂ ਹੀ ਨੈਸ਼ਨਲਿਸਟਿਕ ਬਣਦਾ ਹੈ ਰਾਸ਼ਟਰੀ। ਰਾਸ਼ਟਰ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਫੀਲਿੰਗ ਸੀਗੀਆਂ, ਭਾਵਨਾਵਾਂ ਸੀ, ਉਹ ਬਹੁਤ ਹੀ ਹਾਈ ਹੋ ਗਈਆਂ ਸੀ। ਪ੍ਰਾਈਮ ਦਾ ਮਤਲਬ ਹੁੰਦਾ ਬੱਚਿਓ ਹਾਈ, ਬਹੁਤ ਹੀ ਜ਼ਿਆਦਾ ਉੱਚੀਆਂ ਹੋ ਗਈਆਂ ਸੀ ਉਸ ਸਮੇਂ। ਕਿਉਂ? ਕਿਉਂਕਿ ਲੋਕ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ, ਹਿਟਲਰ ਦੀਆਂ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਕਰਨ ਲੱਗ ਗਏ ਸੀ। ਉਹਨਾਂ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਜਰਮਨ ਲੋਕ ਸਭ ਤੋਂ ਸੁਪੀਰੀਅਰ ਨੇ। ਸਾਡਾ 5th ਕੁਐਸਚਨ ਹੈ ਕਿ ਵਾਈ ਡਿਡ ਓਵਨਸ ਕਿਕ ਦਾ ਪਿਟ ਇਨ ਡਿਸਗਸਟ, ਕਿ ਕਿਉਂ ਓਵਨ ਨੇ ਪਿਟ ਨੂੰ ਕਿਕ ਕੀਤਾ ਇਨ ਡਿਸਗਸਟ, ਨਾਰਾਜ਼ਗੀ ਦੇ ਵਿੱਚ, ਗੁੱਸੇ ਦੇ ਵਿੱਚ। ਤਾਂ ਬੱਚਿਓ ਸਾਨੂੰ ਪਤਾ ਹੈ ਕਿ ਜਦੋਂ ਜੈਸੀ ਓਵਨਸ ਤੋਂ 2 ਫਾਉਲ ਹੋ ਗਏ, ਉਹਦੇ ਕੋਲ ਸਿਰਫ ਇੱਕੋ ਹੀ ਚਾਂਸ ਰਹਿ ਗਿਆ ਸੀ ਜਿਸ ਦੇ ਵਿੱਚ ਉਸਨੇ ਕੁਆਲੀਫਾਈਂਗ ਮਾਰਕ ਅਚੀਵ ਕਰਨਾ ਸੀ ਅਤੇ ਫਾਈਨਲ ਇਵੈਂਟ ਦੇ ਵਿੱਚ ਜਾਣਾ ਸੀ। ਉਦੋਂ ਉਸਨੇ ਜੋ ਲੌਂਗ ਜੰਪ ਵਾਲੀ ਮਿੱਟੀ ਵਾਲੀ ਪਿੱਠ ਹੁੰਦੀ ਹੈ ਉਸ ਨੂੰ ਕਿਉਂ ਕਿਕ ਕੀਤਾ, ਉਸ ਤੇ ਕਿਉਂ ਪੈਰ ਮਾਰਿਆ ਨਾਰਾਜ਼ਗੀ ਦੇ ਵਿੱਚ? ਇਹ ਕੁਐਸਚਨ ਹੈ ਜੀ, ਤਾਂ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਬੱਚਿਓ। ਤਾਂ ਆਨਸਰ ਹੈ ਕਿ ਜੈਸੀ ਵਾਜ਼ ਆਲਰੇਡੀ ਐਂਗਰੀ ਵਿਦ ਹਿਟਲਰਜ਼ ਨਾਜ਼ੀ ਥਿਓਰੀ। ਤਾਂ ਸਾਨੂੰ ਪਤਾ ਹੈ ਬੱਚਿਓ ਕਿ ਜੈਸੀ ਪਹਿਲਾਂ ਤੋਂ ਹੀ ਨਾਰਾਜ਼ ਸੀਗਾ, ਐਂਗਰੀ ਸੀ, ਨਾਰਾਜ਼ ਸੀ ਹਿਟਲਰ ਦੀ ਨਾਜ਼ੀਆਂ ਵਾਲੀ ਥਿਓਰੀ ਤੋਂ, ਕਿਉਂਕਿ ਜੈਸੀ ਓਵਨਸ ਇਕੁਐਲਿਟੀ ਆਫ ਮੈਨ ਦੇ ਵਿੱਚ ਵਿਸ਼ਵਾਸ ਕਰਦਾ ਸੀ ਤੇ ਹਿਟਲਰ ਤਾਂ ਇਕੁਐਲਿਟੀ ਆਫ ਮੈਨ ਤੇ ਵਿਸ਼ਵਾਸ ਕਰਦਾ ਹੀ ਨਹੀਂ ਸੀ। ਉਹਨੂੰ ਤਾਂ ਇਹ ਲੱਗਦਾ ਸੀ ਕਿ ਜਰਮਨ ਲੋਕ ਹੀ ਸਭ ਤੋਂ ਸੁਪੀਰੀਅਰ ਨੇ, ਬਾਕੀ ਸਾਰੇ ਲੋਕ ਉਹਨਾਂ ਦੇ ਬਰਾਬਰ ਹੈ ਹੀ ਨਹੀਂ। ਇਸ ਕਰਕੇ ਜੈਸੀ ਹਿਟਲਰ ਤੋਂ ਬਹੁਤ ਜ਼ਿਆਦਾ ਨਾਰਾਜ਼ ਸੀ। ਹੀ ਕੁਡ ਨਾਟ ਕੰਟਰੋਲ ਹਿਜ਼ ਟੈਂਪਰ ਐਂਡ ਫਾਉਲ ਟਵਾਈਸ ਇਨ ਹਿਜ਼ ਅਟੈਂਪਟਸ। ਇਸ ਕਰਕੇ ਉਹ ਆਪਣੇ ਗੁੱਸੇ ਤੇ ਕਾਬੂ ਨਹੀਂ ਰੱਖ ਪਾਇਆ। ਹੀ ਕੁਡ ਨਾਟ ਕੰਟਰੋਲ ਹਿਜ਼ ਟੈਂਪਰ। ਕੰਟਰੋਲ ਦਾ ਟੈਂਪਰ ਦਾ ਮਤਲਬ ਹੁੰਦਾ ਬੱਚਿਓ ਗੁੱਸੇ ਤੇ ਕਾਬੂ ਰੱਖਣਾ, ਅਤੇ ਉਸਨੇ ਫਾਉਲ ਕੀਤਾ, ਫਾਉਲਡ ਟਵਾਈਸ, 2 ਵਾਰੀ ਇਨ ਹਿਜ਼ ਅਟੈਂਪਟਸ, ਆਪਣੀਆਂ ਕੋਸ਼ਿਸ਼ਾਂ ਦੇ ਵਿੱਚ। ਅਟੈਂਪਟ ਦਾ ਮਤਲਬ ਕੋਸ਼ਿਸ਼। ਮੈਂ ਤੁਹਾਨੂੰ ਦੱਸਿਆ ਸੀ ਬੱਚਿਓ ਕਿ ਹਰ ਇੱਕ ਖਿਡਾਰੀ ਨੂੰ ਟਰਾਇਲ ਦੇ ਵਿੱਚ 3 ਮੌਕੇ ਮਿਲਦੇ ਨੇ ਜਿਸ ਦੇ ਵਿੱਚ ਉਸਨੇ ਕੁਆਲੀਫਾਈਂਗ ਮਾਰਕ ਅਚੀਵ ਕਰਨਾ ਹੁੰਦਾ ਹੈ। ਆਪਾਂ ਮੰਨ ਲੈਂਦੇ ਹਾਂ ਕਿ ਉਸ ਸਮੇਂ ਸ਼ਾਇਦ 24 ਫੀਟ ਦਾ ਕੁਆਲੀਫਾਈਂਗ ਜੰਪ ਰੱਖਿਆ ਹੋਏਗਾ, ਜੋ ਉਸ ਤੋਂ ਪਹਿਲੀਆਂ 2 ਅਟੈਂਪਟਸ ਦੇ ਵਿੱਚ ਅਚੀਵ ਨਹੀਂ ਹੋਇਆ। ਉਸ ਦਾ ਪੈਰ ਹਮੇਸ਼ਾ ਟੇਕ ਆਫ ਬੋਰਡ ਤੋਂ ਅੱਗੇ ਜਾ ਰਿਹਾ ਸੀ, ਜਿਸ ਕਰਕੇ ਉਸ ਦਾ ਫਾਉਲ ਹੋ ਰਿਹਾ ਸੀ, ਉਸ ਦਾ ਜੰਪ ਕੰਸੀਡਰ ਹੀ ਨਹੀਂ ਸੀ ਹੋ ਰਿਹਾ। ਤਾਂ ਇਹ ਸਾਰਾ ਕੰਮ ਅਸੀਂ ਪਿਛਲੇ ਕੁਐਸਚਨ ਦੇ ਵਿੱਚ ਪੜ੍ਹ ਚੁੱਕੇ ਕਿ ਕਿਉਂ ਹੋਇਆ। ਇਸ ਕਰਕੇ ਉਸ ਦੇ ਮਨ 'ਚ ਬਹੁਤ ਜ਼ਿਆਦਾ ਨਾਰਾਜ਼ਗੀ ਆ ਗਈ। ਫਿਰ ਉਸਨੇ ਕੀ ਕੀਤਾ? ਸੋ ਹੀ ਕਿਕ ਦਾ ਪਿਟ ਇਨ ਡਿਸਪੇਅਰ ਐਂਡ ਡਿਸਗਸਟ। ਇਸ ਕਰਕੇ ਉਸਨੇ ਪਿਟ ਨੂੰ ਕਿਕ ਕੀਤਾ, ਪੈਰ ਮਾਰਿਆ। ਇਨ ਡਿਸਪੇਅਰ ਦਾ ਮਤਲਬ ਹੁੰਦਾ ਹੈ ਨਿਰਾਸ਼ਾ, ਐਂਡ ਡਿਸਗਸਟ ਦਾ ਮਤਲਬ ਨਾਰਾਜ਼ਗੀ। ਉਸਨੇ ਨਾਰਾਜ਼ਗੀ ਅਤੇ ਨਿਰਾਸ਼ਾ ਦੇ ਵਿੱਚ ਪਿੱਟ ਨੂੰ ਆਪਣੇ ਪੈਰ ਨਾਲ ਹਿੱਟ ਕੀਤਾ। ਤਾਂ ਬੱਚਿਓ ਅਸੀਂ ਚੈਪਟਰ ਦੇ ਵਿੱਚ ਪੜ੍ਹਿਆ ਕਿ ਉਸਦੇ ਮਨ 'ਚ ਬਹੁਤ ਸਾਰੀਆਂ ਗੱਲਾਂ ਉਸ ਸਮੇਂ ਆ ਰਹੀਆਂ ਸੀ ਕਿ ਮੈਂ 3000 ਮੀਲ ਤੋਂ ਇੰਨਾ ਮਾੜਾ ਖੇਡ ਆਪਣੀ ਦਿਖਾਉਣ ਆਇਆ,
मैं तुहानूं दस्सिया ना बच्चों कि जैसी ओवन्स अमेरिकन एथलीट सी। अमेरिका ਦਾ ਜਿਹੜਾ ਡਿਸਟੈਂਸ ਹੈ ਜਰਮਨੀ ਨਾਲੋਂ ਮੋਰ ਦੈਨ 3000 ਮਾਈਲਸ ਹੈ, ਤਾਂ ਉਹਨੂੰ ਐਂ ਲੱਗਦਾ ਸੀ ਮੈਂ 3000 ਮੀਲ ਤੋਂ ਇੰਨੀ ਮਾੜੀ ਕਾਰਗੁਜ਼ਾਰੀ ਦਿਖਾਉਣ ਦੇ ਲਈ ਆਇਆ ਹੈ ਕਿ ਮੈਂ ਆਪਣੇ ਆਪ ਦਾ ਮੈਂ ਮੂਰਖ ਬਣਾ ਰਿਹਾ ਹਾਂ। ਤਾਂ ਇਹੋ ਜਿਹੀਆਂ ਗੱਲਾਂ ਉਸਦੇ ਮਨ 'ਚ ਜਦੋਂ ਆਈਆਂ ਤਾਂ ਉਹ ਨਿਰਾਸ਼ਾ, ਡੈਸਪੇਅਰ ਅਤੇ ਡਿਸਗਸਟ ਨਾਲ ਭਰ ਗਿਆ ਅਤੇ ਉਸਨੇ ਆਪਣੀ ਨਾਰਾਜ਼ਗੀ ਅਤੇ ਨਿਰਾਸ਼ਾ ਪਿੱਠ ਨੂੰ ਕਿੱਕ ਮਾਰ ਕੇ ਦਿਖਾਈ। ਸਾਡਾ 6th ਸ਼ਾਰਟ ਆਨਸਰ ਟਾਈਪ ਕੁਐਸਚਨ ਹੈ ਜੀ ਕਿ ਵਟ ਵਾਜ਼ ਈਟਿੰਗ ਜੈਸੀ। ਜੈਸੀ ਨੂੰ ਕਿਹੜੀ ਚੀਜ਼ ਸਤਾ ਰਹੀ ਸੀ। ਇੱਥੇ ਈਟਿੰਗ ਦਾ ਮਤਲਬ ਹੁੰਦਾ ਬੱਚਿਓ ਸਤਾਉਣਾ, ਕਿ ਕੋਈ ਚੀਜ਼ ਜਦੋਂ ਸਾਨੂੰ ਕੋਈ ਗੱਲ ਸਾਨੂੰ ਜਦੋਂ ਕੋਈ ਸਤਾਉਂਦੀ ਹੈ ਤਾਂ ਅਸੀਂ ਇਹ ਵਾਲਾ ਸਲੈਂਗ ਫਰੇਜ਼ ਯੂਜ਼ ਕਰ ਲੈਂਦੇ ਹਾਂ ਕਿ ਵਟ ਵਾਜ਼ ਈਟਿੰਗ ਜੈਸੀ। ਅਤੇ ਇੱਥੇ ਹੀ ਯੂਜ਼ ਕੀਤਾ ਹੋਇਆ ਕਿ ਜੈਸੀ ਨੂੰ ਕਿਹੜੀ ਗੱਲ ਸਤਾ ਰਹੀ ਸੀ। ਡਿਡ ਹੀ ਟੈਲ ਇਟ ਟੂ ਲੂਜ਼ ਲੌਂਗ। ਕੀ ਉਸਨੇ, ਇੱਥੇ ਹੀ ਦਾ ਮਤਲਬ ਜੈਸੀ ਤੋਂ ਹੀ ਹੈ ਕਿ ਕੀ ਜੈਸੀ ਨੇ ਇਸ ਚੀਜ਼ ਨੂੰ, ਇਟ ਦਾ ਮਤਲਬ ਉਹੀ ਚੀਜ਼ ਜੋ ਕਿ ਉਸ ਨੂੰ ਸਤਾ ਰਹੀ ਸੀ, ਤਾਂ ਉਸ ਚੀਜ਼ ਬਾਰੇ ਉਸਨੇ ਲੂਜ਼ ਲੌਂਗ ਨੂੰ ਦੱਸਿਆ। ਤਾਂ ਕੁਐਸਚਨ ਯੈਸ ਔਰ ਨੋ ਦੇ ਵਿੱਚ ਪੁੱਛਿਆ ਗਿਆ ਹੈ ਕਿਉਂਕਿ ਸਾਡਾ ਕੁਐਸਚਨ ਹੈਲਪਿੰਗ ਵਰਬ ਡਿਡ ਨਾਲ ਸ਼ੁਰੂ ਹੋਇਆ ਹੈ। ਤਾਂ ਇਹਦਾ ਆਨਸਰ ਹੈ ਜੀ ਕਿ ਜੈਸੀ ਓਵਨਸ ਫਾਉਲ ਟਵਾਈਸ ਇਨ ਹਿਜ਼ ਅਟੈਂਪਟਸ। ਜਿਵੇਂ ਕਿ ਬੱਚੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਟਰਾਇਲਸ ਦੇ ਵਿੱਚ ਜੈਸੀ ਓਵਨਸ ਨੂੰ 3 ਅਟੈਂਪਟਸ ਮਿਲੇ ਸੀ। ਪਹਿਲੇ ਦੋਨਾਂ ਅਟੈਂਪਟ ਦੇ ਵਿੱਚ ਉਸਦਾ ਫਾਉਲ ਹੋਇਆ, ਉਸਦਾ ਜੰਪ ਕੰਸੀਡਰ ਹੀ ਨਹੀਂ ਹੋਇਆ। ਤਾਂ ਜੈਸੀ ਓਵਨਸ ਨੇ ਫਾਉਲ ਕੀਤਾ ਜੀ 2 ਵਾਰੀ ਆਪਣੀਆਂ ਕੋਸ਼ਿਸ਼ਾਂ ਦੇ ਵਿੱਚ। ਅਟੈਂਪਟ ਦਾ ਮਤਲਬ ਕੋਸ਼ਿਸ਼। ਇਟ ਵਾਜ਼ ਅ ਵੈਰੀ ਬੈਡ ਪਰਫੋਰਮੈਂਸ ਫਰੋਮ ਹਿਮ। ਇਹ ਉਸ ਦੁਆਰਾ, ਫਰੋਮ ਹਿਮ, ਹਿਮ ਦਾ ਮਤਲਬ ਇੱਥੇ ਜੈਸੀ ਓਵਨਸ ਤੋਂ ਹੀ ਹੈ ਕਿ ਜੈਸੀ ਓਵਨਸ ਤੋਂ ਇਹ ਬਹੁਤ ਹੀ ਭੈੜੀ ਪਰਫੋਰਮੈਂਸ ਹੋਈ। ਐਂਡ ਦਿਸ ਵਾਜ਼ ਈਟਿੰਗ ਹਿਮ। ਅਤੇ ਇਹੀ ਚੀਜ਼, ਦਿਸ ਮਤਲਬ ਕਿ ਜਿਹੜੀ ਉਸ ਦੀ ਬੈਡ ਪਰਫੋਰਮੈਂਸ ਹੋਈ ਹੈ, ਇਹੀ ਚੀਜ਼ ਉਸ ਨੂੰ ਸਤਾ ਰਹੀ ਸੀ। ਦਿਸ ਵਾਜ਼ ਈਟਿੰਗ ਹਿਮ। ਤਾਂ ਇੱਥੇ ਅਸੀਂ ਪਹਿਲੇ ਕੁਐਸਚਨ ਦਾ ਆਨਸਰ ਦਿੱਤਾ ਕਿ ਕਿਹੜੀ ਚੀਜ਼ ਜੈਸੀ ਨੂੰ ਸਤਾ ਰਹੀ ਸੀ, ਕਿਉਂਕਿ ਉਹ ਤਾਂ ਵਰਲਡ ਰੈਕੋਰਡ ਹੋਲਡਰ ਸੀ। ਉਸ ਨੇ ਹਜੇ ਸਾਲ ਪਹਿਲਾਂ ਹੀ ਵਰਲਡ ਰੈਕੋਰਡ ਬਣਾਇਆ ਸੀ। ਤਾਂ ਉਸ ਤੋਂ ਆਪਣੇ ਪਹਿਲੇ 2 ਅਟੈਂਪਟ ਦੇ ਵਿੱਚ ਜੰਪ ਹੀ ਕੁਆਲੀਫਾਈ ਨਹੀਂ ਹੋਇਆ। ਤਾਂ ਉਸ ਨੂੰ ਬੜਾ ਆਪਣੇ ਆਪ 'ਤੇ ਸ਼ਰਮ ਵੀ ਆ ਰਹੀ ਸੀ, ਇਸ ਕਰਕੇ ਇਹ ਚੀਜ਼ ਉਸ ਨੂੰ ਸਤਾ ਰਹੀ ਸੀ। ਬਟ ਹੀ ਡਿਡ ਨੋਟ ਟੈਲ ਇਟ ਟੂ ਲੂਜ਼ ਲੌਂਗ। ਪਰੰਤੂ ਉਸਨੇ ਇਸ ਗੱਲ ਬਾਰੇ ਲੂਜ਼ ਲੌਂਗ ਨੂੰ ਨਹੀਂ ਦੱਸਿਆ। ਤਾਂ ਯਾਦ ਕਰੋ ਬੱਚਿਓ, ਚੈਪਟਰ ਦੇ ਵਿੱਚ ਲੂਜ਼ ਲੌਂਗ ਉਸ ਨੂੰ ਇੱਕ ਕੁਐਸਚਨ ਪੁੱਛਦਾ ਹੈ ਕਿ ਸਮਥਿੰਗ ਮਸਟ ਬੀ ਈਟਿੰਗ ਯੂ। ਤਾਂ ਜੈਸੀ ਓਵਨਸ ਲੂਜ਼ ਲੌਂਗ ਨੂੰ ਇਸ ਦਾ ਆਨਸਰ ਨਹੀਂ ਦਿੰਦਾ, ਹਾਲਾਂਕਿ ਲੂਜ਼ ਲੌਂਗ ਸਮਝ ਜਾਂਦਾ ਹੈ ਕਿਹੜੀ ਗੱਲ ਜੈਸੀ ਓਵਨਸ ਦੇ ਮਨ ਨੂੰ ਘੇਰੀ ਬੈਠੀ ਹੈ। ਸਾਡਾ 7th ਕੁਐਸਚਨ ਹੈ ਕਿ ਡਿਸਕ੍ਰਾਈਬ ਲੂਜ਼ ਲੌਂਗਸ ਫਿਜ਼ੀਕ। ਲੂਜ਼ ਲੌਂਗ ਦੀ ਫਿਜ਼ੀਕ, ਉਸ ਦੀ ਕਿਸ ਤਰ੍ਹਾਂ ਦੀ ਫਿਜ਼ੀਕ ਸੀ, ਕਿਸ ਤਰ੍ਹਾਂ ਦੀ ਉਸ ਦੀ ਬੋਡੀ ਸੀ, ਲੂਜ਼ ਲੌਂਗ ਸਰੀਰਕ ਤੌਰ ਤੇ ਕਿਹੋ ਜਿਹਾ ਸੀ, ਇਸ ਬਾਰੇ ਸਾਨੇ ਡਿਸਕ੍ਰਿਪਸ਼ਨ ਦੇਣੀ ਹੈ, ਵਰਣਨ ਕਰਨਾ ਹੈ। ਆਨਸਰ ਹੈ ਜੀ ਕਿ ਲੂਜ਼ ਲੌਂਗ ਵਾਜ਼ ਅ ਜਰਮਨ ਐਥਲੀਟ। ਤਾਂ ਸਾਨੂੰ ਪਤਾ ਹੈ ਬੱਚਿਓ ਕਿ ਲੂਜ਼ ਲੌਂਗ ਇੱਕ ਜਰਮਨ ਐਥਲੀਟ ਸੀ। ਹੀ ਵਾਜ਼ ਟਾਲ ਐਂਡ ਵੈਰੀ ਹੈਂਡਸਮ। ਤਾਂ ਉਹ ਲੰਬਾ ਸੀ ਅਤੇ ਬਹੁਤ ਹੀ ਖੂਬਸੂਰਤ ਸੀ। ਤਾਂ ਬੱਚਿਓ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਲੂਜ਼ ਲੌਂਗ 6 ਫੀਟ ਤੋਂ ਜ਼ਿਆਦਾ ਉਸਦਾ ਕੱਦ ਸੀ ਅਤੇ ਉਹ ਉਸ ਸਮੇਂ 21 ਈਅਰਸ ਦਾ ਇੱਕ ਨੌਜਵਾਨ ਪਰਸਨ ਸੀ। ਹੀ ਹੈਡ ਬਲੂ ਆਈਜ਼, ਫੇਅਰ ਹੈਅਰ ਐਂਡ ਅ ਲੀਨ ਮਸਕਿਊਲਰ ਬੋਡੀ। ਚੈਪਟਰ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਦੀਆਂ ਨੀਲੀਆਂ ਅੱਖਾਂ ਸੀਗੀਆਂ, ਉਸਦੇ ਵਾਲ ਬੜੇ ਹੀ ਵਧੀਆ ਤਰੀਕੇ ਨਾਲ ਵਾਹੇ ਹੋਏ, ਬੜੇ ਹੀ ਵਧੀਆ ਸੀ ਅਤੇ ਉਸਦਾ ਸਰੀਰ ਪਤਲਾ ਤਾਂ ਜ਼ਰੂਰ ਸੀ ਲੇਕਿਨ ਮਸਕਿਊਲਰ ਸੀ। ਮਸਕਿਊਲਰ ਦਾ ਮਤਲਬ ਮਜ਼ਬੂਤ ਸਰੀਰ ਦਾ ਮਾਲਕ ਸੀ ਜੀ। ਜਿਵੇਂ ਬੋਡੀ ਬਿਲਡਿੰਗ ਕਰਕੇ ਨੌਜਵਾਨਾਂ ਦੇ ਸਰੀਰ ਗਠੀਲੇ ਹੋ ਜਾਂਦੇ ਨੇ, ਇਸ ਤਰੀਕੇ ਦੀ ਉਸਦੀ ਬੋਡੀ ਸੀ। ਹੀ ਵਾਜ਼ ਐਨ ਇੰਚ ਟਾਲਰ ਦੈਨ ਜੈਸੀ ਓਵਨਸ। ਉਹ ਜੈਸੀ ਓਵਨਸ ਤੋਂ 1 ਇੰਚ ਹੀ ਜ਼ਿਆਦਾ ਲੰਬਾ ਸੀ। ਸਾਡਾ 8th ਕੁਐਸਚਨ ਹੈ ਜੀ ਕਿ ਵਟ ਵਰ ਲੂਜ਼ ਲੌਂਗਸ ਵਿਊਜ਼ ਅਬਾਊਟ ਆਰੀਅਨ ਸੁਪੀਰੀਅਰਿਟੀ ਥਿਊਰੀ। ਤਾਂ ਬੱਚਿਓ ਆਰੀਆ ਲੋਕਾਂ ਦੀ ਸੁਪੀਰੀਅਰਿਟੀ ਥਿਊਰੀ ਦੇ ਬਾਰੇ ਅਸੀਂ ਆਲਰੇਡੀ ਜਾਣ ਚੁੱਕੇ। ਅਸੀਂ ਇਸ ਨੂੰ ਹਿਟਲਰ ਦੀ ਮਾਸਟਰ ਰੇਸ ਥਿਊਰੀ ਵੀ ਕਹਿੰਦੇ ਹਾਂ। ਤਾਂ ਲੂਜ਼ ਲੌਂਗ ਦੇ ਜਿਹੜੇ ਵਿਚਾਰ ਸੀ ਉਹ ਕੀ ਸੀ ਇਸ ਥਿਊਰੀ ਬਾਰੇ। ਤਾਂ ਆਨਸਰ ਹੈ ਜੀ ਕਿ ਲੂਜ਼ ਲੌਂਗ ਵਾਸ ਟ੍ਰੇਨਡ ਇਨ ਅ ਨਾਜ਼ੀ ਸਕੂਲ। ਤਾਂ ਸਾਨੂੰ ਬੱਚਿਓ ਚੈਪਟਰ ਤੋਂ ਪਤਾ ਲੱਗਿਆ ਹੈ ਕਿ ਲੂਜ਼ ਲੌਂਗ ਦੀ ਜਿਹੜੀ ਸਕੂਲਿੰਗ ਸੀ ਉਹ ਇੱਕ ਨਾਜ਼ੀ ਸਕੂਲ ਤੋਂ ਹੀ ਹੋਈ ਸੀ। ਤਾਂ ਉਸ ਦੀ ਜਿਹੜੀ ਸਿਖਲਾਈ ਸੀ ਇੱਕ ਨਾਜ਼ੀ ਸਕੂਲ ਦੇ ਵਿੱਚ ਹੋਈ ਸੀ। ਬਟ ਹੀ ਡਿਡ ਨਾਟ ਬਿਲੀਵ ਇਨ ਦਾ ਹਿਟਲਰਜ਼ ਆਰੀਅਨ ਸੁਪੀਰੀਅਰਿਟੀ ਥਿਊਰੀ। ਪਰੰਤੂ ਉਹ ਹਿਟਲਰ ਦੀ ਆਰੀਅਨ ਸੁਪੀਰੀਅਰਿਟੀ ਥਿਊਰੀ ਜਾਂ ਮਾਸਟਰ ਰੇਸ ਵਾਲੀ ਥਿਊਰੀ ਦੇ ਉੱਪਰ ਵਿਸ਼ਵਾਸ ਨਹੀਂ ਸੀ ਕਰਦਾ। ਬੱਚਿਓ ਚੈਪਟਰ ਦੇ 13ਵੇਂ ਪੈਰਾਗ੍ਰਾਫ ਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਹੈ ਲੂਜ਼ ਲੌਂਗ ਨੂੰ ਇਹ ਗੱਲ ਦਾ ਪਤਾ ਸੀ ਕਿ ਲੋਕੀ ਮੇਰੇ ਬਾਰੇ ਸੋਚਦੇ ਸੀ ਕਿ ਇਹ ਬੰਦਾ ਵੀ ਮਾਸਟਰ ਰੇਸ ਥਿਊਰੀ ਦੇ ਵਿਸ਼ਵਾਸ ਕਰਦਾ ਹੋਊਗਾ। ਤਾਂ ਜਦੋਂ ਲੂਜ਼ ਲੌਂਗ ਤੇ ਜੈਸੀ ਓਵਨਸ ਫਰੈਂਡ ਬਣ ਗਏ ਤਾਂ ਆਪਸ 'ਚ ਉਹਨਾਂ ਨੇ ਹਾਸਾ ਮਖੌਲ ਵੀ ਕਰਿਆ ਇਸ ਗੱਲ ਦੇ ਉੱਪਰ ਕਿ ਲੂਜ਼ ਲੌਂਗ ਨੂੰ ਇਹ ਮੰਨਿਆ ਜਾਂਦਾ ਹੈ ਕਿ ਉਹ ਮਾਸਟਰ ਰੇਸ ਥਿਊਰੀ 'ਤੇ ਵਿਸ਼ਵਾਸ ਕਰਦਾ ਹੋਊਗਾ। ਤਾਂ ਅਸੀਂ ਇਹ ਸਾਰੀਆਂ ਗੱਲਾਂ ਚੈਪਟਰ ਦੇ ਵਿੱਚ ਪੜ੍ਹੀਆਂ ਨੇ। ਉੱਥੋਂ ਪਤਾ ਲੱਗਦਾ ਹੈ ਕਿ ਲੂਜ਼ ਲੌਂਗ ਸਾਰੇ ਇਨਸਾਨਾਂ ਦੀ ਇਕੁਐਲਿਟੀ ਦੇ ਉੱਪਰ ਵਿਸ਼ਵਾਸ ਕਰਦਾ ਸੀ। ਉਹ ਐਡੋਲਫ ਹਿਟਲਰ ਦੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਸੀ ਕਰਦਾ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ 'ਤੇ ਜਾ ਕੇ ਕਲਿੱਕ ਕਰੋ।
ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਸਾਡਾ 9th ਕੁਐਸਚਨ ਹੈ ਕਿ ਹਾਊ ਡਿਡ ਲੂਜ਼ ਲੌਂਗ ਹੈਲਪ ਜੈਸੀ ਓਵਨਸ ਕਮ ਆਊਟ ਆਫ ਦਾ ਟਰਬਲ। ਹਾਊ ਦਾ ਮਤਲਬ ਕਿਵੇਂ, ਕਿ ਕਿਵੇਂ ਲੂਜ਼ ਲੌਂਗ ਨੇ ਜੈਸੀ ਦੀ ਹੈਲਪ ਕੀਤੀ ਕਿ ਉਹ ਆਪਣੀ ਪ੍ਰੋਬਲਮ ਦੇ ਵਿੱਚੋਂ ਬਾਹਰ ਆ ਜੇ। ਕਮ ਆਊਟ ਦਾ ਮਤਲਬ ਹੁੰਦਾ ਬੱਚਿਓ ਬਾਹਰ ਆਉਣਾ, ਟਰਬਲ ਦਾ ਮਤਲਬ ਹੁੰਦਾ ਹੈ ਪ੍ਰੋਬਲਮ ਜਾਂ ਮੁਸ਼ਕਿਲ। ਤਾਂ ਬੱਚਿਓ ਸਾਨੂੰ ਪਤਾ ਹੈ ਕਿ ਜੈਸੀ ਓਵਨਸ ਦੀ ਮੁਸ਼ਕਿਲ ਇਹ ਸੀ ਕਿ ਉਹ ਆਪਣੀਆਂ ਪਹਿਲੀਆਂ ਦੋਨੇ ਅਟੈਂਪਟਸ ਦੇ ਵਿੱਚ ਡਿਸਕੁਆਲੀਫਾਈ ਹੋ ਗਿਆ ਸੀ। ਉਸ ਦਾ ਜੰਪ ਕੰਸੀਡਰ ਹੀ ਨਹੀਂ ਸੀ ਹੋਇਆ, ਕਿਉਂਕਿ ਉਹ ਟੇਕੋ ਬੋਰਡ ਤੋਂ ਅੱਗੇ ਤੋਂ ਜੰਪ ਲੈ ਰਿਹਾ ਸੀ। ਤਾਂ ਲੂਜ਼ ਲੌਂਗ ਨੇ ਜੈਸੀ ਓਵਨਸ ਦੀ ਕਿਵੇਂ ਹੈਲਪ ਕੀਤੀ ਕਿ ਉਹ ਆਪਣੇ ਆਪ ਨੂੰ ਇਸ ਟਰਬਲ ਤੋਂ ਬਾਹਰ ਕੱਢੇ। ਤਾਂ ਅਸੀਂ ਆਨਸਰ ਲਿਖਾਂਗੇ ਜੀ ਕਿ ਲੂਜ਼ ਲੌਂਗ ਸਜੈਸਟਡ ਹਿਮ ਟੂ ਡਰਾ ਅ ਲਾਈਨ ਅ ਫਿਊ ਇੰਚਸ ਬਿਹਾਈਂਡ ਦਾ ਬੋਰਡ ਐਂਡ ਏਮ ਐਟ ਮੇਕਿੰਗ ਹਿਜ਼ ਟੇਕ ਆਫ ਫਰੋਮ ਦੈਟ ਲਾਈਨ। ਤਾਂ ਲੂਜ਼ ਲੌਂਗ ਨੇ ਸਜੈਸਟਡ ਹਿਮ, ਸਜੈਸਟ ਦਾ ਮਤਲਬ ਸੁਝਾਅ ਦੇਣਾ। ਲੂਜ਼ ਲੌਂਗ ਨੇ ਜੈਸੀ ਓਵਨਸ ਨੂੰ ਸੁਝਾਅ ਦਿੱਤਾ ਕਿ ਉਹ ਇੱਕ ਲਾਈਨ ਖਿੱਚ ਲਵੇ, ਡਰਾ ਅ ਲਾਈਨ ਅ ਫਿਊ ਇੰਚਸ ਬਿਹਾਈਂਡ ਦਾ ਬੋਰਡ, ਬੋਰਡ ਤੋਂ ਕੁਝ ਇੰਚ ਪਹਿਲਾਂ ਇੱਕ ਲਾਈਨ ਲਗਾ ਲਵੇ, ਐਂਡ ਏਮ ਅਤੇ ਟੀਚਾ ਲਵੇ ਐਟ ਮੇਕਿੰਗ ਹਿਜ਼ ਟੇਕ ਆਫ ਫਰੋਮ ਦੈਟ ਲਾਈਨ, ਕਿ ਉਹ ਆਪਣਾ ਟੇਕ ਆਫ ਉਸ ਲਾਈਨ ਤੋਂ ਲਵੇ। ਟੇਕ ਆਫ ਦਾ ਮਤਲਬ ਮੈਂ ਤੁਹਾਨੂੰ ਚੈਪਟਰ ਦੀ ਐਕਸਪਲੇਨੇਸ਼ਨ ਦੇ ਵਿੱਚ ਵੀ ਦੱਸਿਆ ਸੀ ਕਿ ਜਿਸ ਤਰ੍ਹਾਂ ਐਰੋਪਲੇਨ ਬਹੁਤ ਤੇਜ਼ੀ ਨਾਲ ਚੱਲਦਾ ਹੈ, ਫਿਰ ਉਹ ਗਰਾਊਂਡ ਛੱਡ ਕੇ ਹਵਾ 'ਚ ਜਾਂਦਾ ਤਾਂ ਉਦੋਂ ਐਰੋਪਲੇਨ ਨੂੰ ਟੇਕ ਆਫ ਕਰਨਾ ਕਹਿੰਦੇ ਹੈ। ਲੂਜ਼ ਲੌਂਗ ਇਹੀ ਕਹਿ ਰਿਹਾ ਸੀ ਕਿ ਉਹ ਫੱਟੇ ਤੋਂ ਜੰਪ ਨਾ ਲਵੇ, ਫੱਟੇ ਤੋਂ ਕੁਝ ਇੰਚ ਪਹਿਲਾਂ ਇੱਕ ਲਾਈਨ ਲਗਾ ਕੇ ਉੱਥੋਂ ਜੰਪ ਲਵੇ, ਫਿਰ ਉਸ ਦਾ ਫਾਉਲ ਹੋਣ ਦਾ ਕੋਈ ਮਤਲਬ ਹੀ ਨਹੀਂ ਹੋਏਗਾ। ਇਹ ਬਿਲਕੁਲ ਐਵੇਂ ਹੁੰਦਾ ਬੱਚਿਓ ਕਿ ਜਿਵੇਂ ਸਪੋਜ਼ ਕਰੋ ਕੋਈ ਐਥਲੀਟ ਭੱਜਿਆ ਆ ਰਿਹਾ ਹੈ, ਇਸ ਤਰ੍ਹਾਂ ਭੱਜਿਆ ਆ ਰਿਹਾ ਹੈ, ਅਤੇ ਇੱਥੇ ਜਾ ਕੇ ਬੱਚਿਓ ਇੱਕ ਫੱਟਾ ਆਉਂਦਾ ਹੈ, ਉਸ ਤੋਂ ਬਾਅਦ ਆਹ ਸਾਰਾ ਏਰੀਆ ਜਿਹੜਾ ਹੁੰਦਾ ਹੈ ਉਹ ਪਿਟ ਵਾਲਾ ਹੁੰਦਾ ਹੈ, ਜਿਸ ਦੇ ਉੱਪਰ ਜਾ ਕੇ ਐਥਲੀਟ ਨੇ ਛਾਲ ਮਾਰਨੀ ਹੁੰਦੀ ਹੈ। ਹੁਣ ਸਪੋਜ਼ ਕਰੋ ਇਹ ਟੇਕ ਆਫ ਬੋਰਡ ਹੈ, ਤਾਂ ਜੈਸੀ ਓਵਨਸ ਪਹਿਲਾਂ ਕੀ ਗਲਤੀ ਕਰ ਰਿਹਾ ਸੀ, ਇਸ ਟੇਕ ਆਫ ਬੋਰਡ ਦੇ ਅੱਗੋਂ ਦੀ ਪੈਰ ਲੈ ਕੇ ਜਾ ਰਿਹਾ ਸੀ। ਲੂਜ਼ ਲੌਂਗ ਕਹਿ ਰਿਹਾ ਸੀ ਕਿ ਉਹ ਥੋੜੀ ਦੇਰ ਪਹਿਲਾਂ ਇੱਕ ਲਾਈਨ ਲਾ ਲਵੇ, ਇਸ ਜਗ੍ਹਾ ਤੋਂ ਉਹ ਟੇਕ ਆਫ ਕਰੇ, ਤਾਂ ਜਦੋਂ ਇਸ ਲਾਈਨ ਦੇ ਉੱਪਰ ਟੇਕ ਆਫ ਕਰੇਗਾ ਤਾਂ ਉਸਦਾ ਕੋਈ ਫਾਉਲ ਨਹੀਂ ਹੋਏਗਾ। ਜੈਸੀ ਵੁੱਡ ਨੈਵਰ ਫਾਉਲ ਫਰੋਮ ਦੈਟ ਪੁਆਇੰਟ, ਜੈਸੀ ਉਸ ਪੁਆਇੰਟ ਤੋਂ, ਹੁਣ ਇਹ ਪੁਆਇੰਟ ਕਿਹੜਾ ਹੈ, ਆਹੀ ਵਾਲਾ ਪੁਆਇੰਟ ਹੈ ਕਿ ਇਸ ਪੁਆਇੰਟ ਤੋਂ ਕਦੇ ਵੀ ਫਾਉਲ ਨਹੀਂ ਕਰੇਗਾ। ਦਿਸ ਹੈਲਪ ਜੈਸੀ ਅਲੋਟ, ਤਾਂ ਇਸ ਗੱਲ ਨੇ ਜੈਸੀ ਦੀ ਬਹੁਤ ਜ਼ਿਆਦਾ ਮਦਦ ਕੀਤੀ। ਅਲੋਟ ਦਾ ਮਤਲਬ ਹੁੰਦਾ ਬੱਚਿਓ ਵੈਰੀ ਮੱਚ। ਤਾਂ ਬਿਲਕੁਲ ਹੋਇਆ ਵੀ ਉਵੇਂ। ਤੀਸਰੇ ਅਟੈਂਪਟ ਦੇ ਵਿੱਚ ਲੂਜ਼ ਲੌਂਗ ਨੇ ਇਸੇ ਪੁਆਇੰਟ ਤੋਂ ਹੀ ਜੰਪ ਲਿਆ, ਉਸਨੇ ਟੇਕ ਆਫ ਬੋਰਡ ਤੋਂ ਜੰਪ ਨਹੀਂ ਲਿਆ, ਤਾਂ ਫਿਰ ਉਸਨੇ ਪਿਟ ਦੇ ਵਿੱਚ ਜਦੋਂ ਛਾਲ ਮਾਰੀ ਤਾਂ ਉਹ ਕੁਆਲੀਫਾਈਂਗ ਜੋ ਮਾਰਕ ਸੀ ਉਸ ਨੂੰ ਅਚੀਵ ਕਰ ਗਿਆ ਅਤੇ ਫਾਈਨਲ ਦੇ ਵਿੱਚ ਪਹੁੰਚ ਗਿਆ। ਸਾਡਾ 10ਵਾਂ ਕੁਐਸਚਨ ਇਸ ਚੈਪਟਰ ਦਾ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਬੱਚਿਓ ਕਿ ਵਾਟ ਇਜ਼ ਦਾ ਸਿਗਨੀਫਿਕੈਂਸ ਆਫ 24 ਕੈਰਟ ਫਰੈਂਡਸ਼ਿਪ ਇਨ ਦਾ ਸਟੋਰੀ। ਤਾਂ ਬੱਚਿਓ ਇੱਥੇ 2 ਪੈ ਗਿਆ, ਇੱਥੇ ਤੁਸੀਂ ਦਾ ਪਾ ਲਓ ਕਿ ਇਸ ਸਟੋਰੀ ਦੇ ਵਿੱਚ ਜਿਹੜੀ 24 ਕੈਰਟ ਫਰੈਂਡਸ਼ਿਪ ਹੈ ਉਸ ਦੀ ਕੀ ਮਹੱਤਤਾ ਹੈ। ਵਾਟ ਇਜ਼ ਦਾ ਸਿਗਨੀਫਿਕੈਂਸ, ਸਿਗਨੀਫਿਕੈਂਸ ਦਾ ਮਤਲਬ ਹੁੰਦਾ ਹੈ ਜੀ ਇੰਪੋਰਟੈਂਸ। ਤਾਂ ਆਂਸਰ ਹੈ ਜੀ ਹੀ ਸੈਡ ਦੈਟ देयर फ्रेंडशिप वाज 24 कैरेट्स बिकॉज इट इज़ द प्योरेस्ट फॉर्म ऑफ गोल्ड इन विच देयर इज़ नॉट अदर मैटल। ਤਾਂ ਉਸਨੇ ਕਿਹਾ ਕਿ ਜਿਹੜੀ ਉਹਨਾਂ ਦੀ ਦੋਸਤੀ ਬਣੀ, ਇੱਥੇ देयर ਦਾ ਮਤਲਬ ਜੈਸੀ ਓਵਨਸ ਅਤੇ ਲੂਜ਼ ਲੌਂਗ ਤੋਂ ਹੈ ਕਿ ਜਿਹੜੀ ਉਹਨਾਂ ਦੋਨਾਂ ਦੀ ਜਿਹੜੀ ਦੋਸਤੀ ਬਣੀ ਉਹ 24 ਕੈਰਟ ਵਾਲੀ ਸੀ। 24 ਕੈਰਟ ਇਸ ਕਰਕੇ ਸੀ ਕਿਉਂਕਿ 24 ਕੈਰਟ ਦਾ ਜਿਹੜਾ ਗੋਲਡ ਹੁੰਦਾ ਬੱਚਿਓ ਉਹ ਪਿਓਰੈਸਟ ਫਾਰਮ ਹੁੰਦੀ ਹੈ। ਪਿਓਰ ਦੀ 3rd ਡਿਗਰੀ ਲਗਾਈ ਹੋਈ ਹੈ ਕਿ ਸਭ ਤੋਂ ਸ਼ੁੱਧ ਫਾਰਮ ਹੁੰਦੀ ਹੈ ਗੋਲਡ ਦੀ, ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਹੋਰ ਮੈਟਲ ਨਹੀਂ ਹੁੰਦੀ, ਕੋਈ ਵੀ ਅਸ਼ੁੱਧੀ ਨਹੀਂ ਹੁੰਦੀ। 24 ਕੈਰਟ ਵਾਲਾ ਜਿਹੜਾ ਗੋਲਡ ਹੁੰਦਾ ਬੱਚਿਓ ਸਭ ਤੋਂ ਪਿਓਰ ਹੁੰਦਾ ਹੈ, ਸਾਨੂੰ ਸਭ ਨੂੰ ਪਤਾ ਹੈ, ਅਤੇ ਸਭ ਤੋਂ ਮਹਿੰਗਾ ਵੀ ਹੁੰਦਾ ਹੈ। ਤਾਂ ਉਸਨੇ ਆਪਣੀ ਫਰੈਂਡਸ਼ਿਪ ਨੂੰ 24 ਕੈਰਟ ਫਰੈਂਡਸ਼ਿਪ ਦਾ ਨਾਮ ਦਿੱਤਾ ਸੀ। ਇਨ ਦਾ ਸੇਮ ਵੇ, ਇਸੇ ਤਰੀਕੇ ਦੇ ਨਾਲ देयर फ्रेंडशिप ਵਾਜ਼ ਫ੍ਰੀ ਆਫ ਐਨੀ ਹੇਟਰੇਡ ਔਰ ਐਂਗਰ। ਉਹਨਾਂ ਦੀ ਜਿਹੜੀ ਦੋਸਤੀ ਹੋਈ, ਇੱਥੇ ਲੂਜ਼ ਲੌਂਗ ਤੇ ਜੈਸੀ ਓਵਨਸ ਦੀ ਗੱਲ ਹੋ ਰਹੀ ਹੈ ਕਿ ਦੋਵਾਂ ਦੀ ਜਿਹੜੀ ਦੋਸਤੀ ਹੋਈ ਉਹ ਫ੍ਰੀ ਸੀ, ਉਹ ਮੁਕਤ ਸੀ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਤੋਂ ਅਤੇ ਨਾਰਾਜ਼ਗੀ ਤੋਂ। ਹੇਟਰੇਡ ਦਾ ਮਤਲਬ ਨਫ਼ਰਤ ਹੋ ਗਿਆ ਬੱਚਿਓ, ਐਂਗਰ ਦਾ ਮਤਲਬ ਕੋਈ ਨਾਰਾਜ਼ਗੀ ਜਾਂ ਗੁੱਸਾ ਹੋ ਗਿਆ। ਤਾਂ ਹੁਣ ਤੁਸੀਂ ਬੱਚਿਓ ਦੇਖੋ ਕਿ ਲੂਜ਼ ਲੌਂਗ ਇੱਕ
ਵਾਈਟ ਪਰਸਨ ਸੀ ਅਤੇ ਜੈਸੀ ਓਵਨਸ ਤੁਹਾਨੂੰ ਮੈਂ ਦੱਸਿਆ ਹੈ ਉਹ ਬਲੈਕ ਸੀ। ਤਾਂ ਦੋਵਾਂ ਦੀ ਦੋਸਤੀ ਹੋਈ। ਦੋਸਤੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨਫ਼ਰਤ ਨਹੀਂ ਸੀ, ਕੋਈ ਕ੍ਰੋਧ ਨਹੀਂ ਸੀ, ਕੋਈ ਗੁੱਸਾ ਨਹੀਂ ਸੀ। ਦੋਵੇਂ ਐਥਲੀਟ ਸੀ, ਦੋਵੇਂ ਕੰਪੀਟ ਕਰ ਰਹੇ ਸੀ ਅਤੇ ਦੋਵੇਂ ਇੱਕ ਦੂਜੇ ਦੇ ਪੱਕੇ ਫਰੈਂਡ ਬਣ ਗਏ ਸੀ। ਇਸੇ ਕਰਕੇ ਜੈਸੀ ਓਵਨਸ ਨੇ ਆਪਣੀ ਦੋਨਾਂ ਦੀ ਦੋਸਤੀ ਨੂੰ 24 ਕੈਰੇਟ ਫਰੈਂਡਸ਼ਿਪ ਕਿਹਾ ਸੀ ਅਤੇ ਉਸਨੇ ਇਹ ਵੀ ਕਿਹਾ ਸੀ ਕਿ ਜੇਕਰ ਮੇਰੇ ਤੋਂ ਸਾਰੇ ਗੋਲਡ ਮੈਡਲ ਤੁਸੀਂ ਲੈ ਲਓ ਜਾਂ ਮੇਰੇ ਜਿੰਨੇ ਵੀ ਜਿੱਤੇ ਹੋਏ ਕੱਪ ਤੁਸੀਂ ਲੈ ਲਓ ਤਾਂ ਉਹਨਾਂ ਨੂੰ ਪਿਘਲਾ ਕੇ ਜੇ ਤੁਸੀਂ ਮੇਰੀ ਫਰੈਂਡਸ਼ਿਪ ਦੇ ਉੱਪਰ ਕੋਈ ਕਵਰਿੰਗ ਵੀ ਕਰਨੀ ਹੋਵੇ ਤਾਂ ਨਹੀਂ ਹੋ ਸਕਦੀ। ਤਾਂ ਸਾਡਾ ਸੈਕਿੰਡ ਲਾਸਟ ਕੁਐਸਚਨ ਹੈ ਬੱਚਿਓ ਕਿ ਵਟ ਅਕੋਰਡਿੰਗ ਟੂ ਕੁਬੇਟਾਨ ਇਜ਼ ਦਾ ਟਰੂ ਸਪਿਰਿਟ ਆਫ ਦੀ ਓਲੰਪਿਕਸ। ਬੱਚਿਓ ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਕੁਬੇਟਾਨ ਦੇ ਅਨੁਸਾਰ ਓਲੰਪਿਕਸ ਦੀ ਸਭ ਤੋਂ ਸੱਚੀ ਭਾਵਨਾ ਕਿਹੜੀ ਹੈ? ਟਰੂ ਸਪਿਰਿਟ। ਟਰੂ ਸਪਿਰਿਟ ਦਾ ਮਤਲਬ ਹੋ ਗਿਆ ਬੱਚਿਓ ਸੱਚੀ ਭਾਵਨਾ। ਚੈਪਟਰ ਦੇ ਬਿਲਕੁਲ ਲਾਸਟ ਪੈਰਾਗ੍ਰਾਫ 20ਵੇਂ ਪੈਰਾਗ੍ਰਾਫ ਦੇ ਵਿੱਚ ਪਿਏਰੇ ਡਾ ਕੁਬੇਟਾਨ ਦਾ ਜ਼ਿਕਰ ਆਇਆ ਹੈ। ਤੁਹਾਨੂੰ ਮੈਂ ਚੈਪਟਰ ਦੀ ਐਕਸਪਲੇਨੇਸ਼ਨ ਕਰਦੇ ਹੋਏ ਦੱਸਿਆ ਸੀ ਕਿ ਪਿਏਰੇ ਡਾ ਕੁਬੇਟਾਨ ਮਾਡਰਨ ਓਲੰਪਿਕ ਗੇਮਸ ਜਿਹੜੀਆਂ ਕਿ 1896 ਈਸਵੀ ਦੇ ਵਿੱਚ ਸ਼ੁਰੂ ਹੋਈਆਂ ਸੀ ਅਤੇ ਸਭ ਤੋਂ ਪਹਿਲੀਆਂ ਗੇਮਸ ਗ੍ਰੀਸ ਦੇ ਵਿੱਚ ਹੀ ਹੋਈਆਂ ਸੀ, ਐਥਨਸ ਦੇ ਵਿੱਚ ਹੋਈਆਂ ਸੀ। ਤਾਂ ਉਦੋਂ ਪਿਏਰੇ ਡਾ ਕੁਬੇਟਾਨ ਦੀਆਂ ਕੋਸ਼ਿਸ਼ਾਂ ਕਰਕੇ ਹੀ ਇਹ ਓਲੰਪਿਕ ਗੇਮਸ ਦੁਬਾਰਾ ਰਿਵਾਈਵ ਹੋਈਆਂ ਸੀ। ਹਾਲਾਂਕਿ ਪਹਿਲਾਂ ਓਲੰਪਿਕ ਗੇਮਸ ਰਾਜਿਆਂ ਮਹਾਰਾਜਿਆਂ ਦੇ ਟਾਈਮ ਦੇ ਵਿੱਚ ਹੁੰਦੀਆਂ ਸੀ ਪਰੰਤੂ ਫਿਰ ਬਹੁਤ ਦੇਰ ਇਹ ਬੰਦ ਰਹੀਆਂ। ਤਾਂ ਪਿਏਰੇ ਡਾ ਕੁਬੇਟਾਨ ਨੇ ਓਲੰਪਿਕਸ ਦੀ ਟਰੂ ਭਾਵਨਾ, ਟਰੂ ਸਪਿਰਿਟ ਕਿਸ ਨੂੰ ਕਿਹਾ ਸੀ? ਤਾਂ ਇੰਪੋਰਟੈਂਟ ਕੁਐਸਚਨ ਹੈ ਬੱਚਿਓ। ਤਾਂ ਉਸਦਾ ਆਨਸਰ ਹੈ ਜੀ ਕਿ ਅਕੋਰਡਿੰਗ ਟੂ ਹਿਮ ਦਾ ਟਰੂ ਸਪਿਰਿਟ ਆਫ ਦਾ ਓਲੰਪਿਕ ਗੇਮਸ ਇਜ਼ ਨਾਟ ਵਿਨਿੰਗ ਬਟ ਟੇਕਿੰਗ ਪਾਰਟ। ਤਾਂ ਪਿਏਰੇ ਡਾ ਕੁਬੇਟਾਨ ਇਹ ਕਹਿੰਦੇ ਸੀ ਕਿ ਜਿਹੜੀ ਟਰੂ ਸਪਿਰਿਟ ਹੈ ਓਲੰਪਿਕ ਗੇਮਸ ਦੀ ਉਹ ਜਿੱਤਣ ਤੋਂ ਨਹੀਂ ਹੈ। ਉਸਦਾ ਮਤਲਬ ਜਿੱਤਣਾ ਨਹੀਂ ਹੈ, ਸਗੋਂ ਓਲੰਪਿਕਸ ਦੇ ਵਿੱਚ ਪਾਰਟਿਸਿਪੇਟ ਕਰਨਾ ਹੈ, ਟੇਕਿੰਗ ਪਾਰਟ, ਕਿ ਅਸੀਂ ਓਲੰਪਿਕਸ ਦੇ ਵਿੱਚ ਪਾਰਟਿਸਿਪੇਟ ਕਰ ਲਿਆ, ਉਸ ਦੇ ਵਿੱਚ ਭਾਗ ਲੈ ਲਿਆ, ਇਹੀ ਇਸ ਦੀ ਸੱਚੀ ਭਾਵਨਾ ਹੈ। ਜਿੱਤ ਹਾਰ ਤਾਂ ਹੁੰਦੀ ਰਹਿੰਦੀ ਹੈ। The essential thing in life is not conquering but fighting well। essential ਦਾ ਮਤਲਬ ਹੁੰਦਾ ਹੈ most important, ਕਿ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਸਾਡੀ ਜ਼ਿੰਦਗੀ ਦੇ ਵਿੱਚ ਹੋਣੀ ਚਾਹੀਦੀ ਹੈ, ਜੋ ਗੱਲ ਸਾਡੀ ਜ਼ਿੰਦਗੀ ਦੇ ਵਿੱਚ ਹੋਣੀ ਚਾਹੀਦੀ ਹੈ ਉਹ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਚੰਗੀ ਫਾਈਟ ਕਰੀਏ, ਫਾਈਟਿੰਗ ਵੈਲ, ਚੰਗੀ ਫਾਈਟ ਕਰੀਏ, ਚੰਗਾ ਸੰਘਰਸ਼ ਦਿਖਾਈਏ ਜ਼ਿੰਦਗੀ ਦੇ ਵਿੱਚ, ਚਾਹੇ ਜਿੱਤ ਜਾਈਏ ਚਾਹੇ ਹਾਰ ਜਾਈਏ। ਕੌਨਕਰਿੰਗ ਦਾ ਮਤਲਬ ਹੁੰਦਾ ਬੱਚਿਓ ਵਿਨਿੰਗ, ਕਿ ਕੋਈ ਇਨਸਾਨ ਜੇਕਰ ਆਪਣੀ ਲਾਈਫ ਦੇ ਵਿੱਚ ਚੰਗਾ ਸੰਘਰਸ਼ ਦਿਖਾਉਂਦਾ ਹੈ ਕਿਸੇ ਵੀ ਫੀਲਡ ਦੇ ਵਿੱਚ, ਉਹ ਜ਼ਿਆਦਾ ਵਧੀਆ ਗੱਲ ਹੈ ਇਸ ਚੀਜ਼ ਨਾਲੋਂ ਕਿ ਉਹ ਜਿੱਤਦਾ ਹੈ ਜਾਂ ਹਾਰਦਾ ਹੈ। ਤਾਂ ਜਿੱਤਣਾ ਇੰਪੋਰਟੈਂਟ ਨਹੀਂ ਹੈ, ਜਿੱਤਣ ਤੋਂ ਜ਼ਿਆਦਾ ਸੰਘਰਸ਼ ਦਿਖਾਣਾ, ਫੀਲਡ ਦੇ ਵਿੱਚ ਸੰਘਰਸ਼ ਦਿਖਾਣਾ, ਗੇਮਸ ਦੇ ਵਿੱਚ ਸੰਘਰਸ਼ ਦਿਖਾਣਾ, ਜ਼ਿੰਦਗੀ ਦੇ ਵਿੱਚ ਸੰਘਰਸ਼ ਦਿਖਾਣਾ ਜ਼ਿਆਦਾ ਇੰਪੋਰਟੈਂਟ ਹੈ। ਲੜਨਾ ਜ਼ਿਆਦਾ ਇੰਪੋਰਟੈਂਟ ਹੈ, ਜਿੱਤ ਹਾਰ ਇਨਸਾਨ ਦੀ ਹੁੰਦੀ ਰਹਿੰਦੀ ਹੈ। ਸਾਡਾ ਲਾਸਟ ਤੇ ਵਨ ਆਫ ਦਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਚੈਪਟਰ ਦਾ ਕਿ ਵਟ ਡਜ਼ ਓਵਨਸ ਕੰਸੀਡਰ ਐਜ਼ ਹਿਸ ਗ੍ਰੇਟੈਸਟ ਓਲੰਪਿਕ ਪ੍ਰਾਈਜ਼ ਵਾਈ। ਕਿ ਜੈਸੀ ਓਵਨਸ ਆਪਣਾ ਸਭ ਤੋਂ ਵੱਡਾ ਓਲੰਪਿਕ ਪ੍ਰਾਈਜ਼ ਕਿਸ ਨੂੰ ਕੰਸੀਡਰ ਕਰਦਾ ਸੀ, ਕਿਸ ਨੂੰ ਮੰਨਦਾ ਸੀ? ਕੰਸੀਡਰ ਦਾ ਮਤਲਬ ਮੰਨਣਾ ਹੋ ਗਿਆ। ਵਾਈ, ਕਿਉਂ? ਦੇਖੋ ਚੈਪਟਰ ਦਾ ਨਾਮ ਕੀ ਹੈ? ਚੈਪਟਰ ਦਾ ਨਾਮ ਹੈ ਦ ਗ੍ਰੇਟੈਸਟ ਓਲੰਪਿਕ ਪ੍ਰਾਈਜ਼। ਤਾਂ ਕੀ ਜੈਸੀ ਓਵਨਸ ਆਪਣਾ ਗ੍ਰੇਟੈਸਟ ਓਲੰਪਿਕ ਪ੍ਰਾਈਜ਼ ਉਸ 골ਡ ਮੈਡਲ ਨੂੰ ਮੰਨਦਾ ਸੀ ਜੋ ਉਸਨੇ ਫਾਈਨਲਸ ਦੇ ਵਿੱਚ ਲੌਂਗ ਜੰਪ ਦੇ ਵਿੱਚ ਲਿਆ ਸੀ? ਜੇ ਨਹੀਂ ਮੰਨਦਾ ਸੀ ਫਿਰ ਕਿਸ ਨੂੰ ਮੰਨਦਾ ਸੀ ਅਤੇ ਕਿਉਂ? ਤਾਂ ਆਨਸਰ ਹੈ ਬੱਚਿਓ ਦਾ ਫਰੈਂਡਸ਼ਿਪ ਜੈਸੀ ਫਾਰਮਡ ਵਿਦ ਲੂਜ਼ ਲੌਂਗ ਵਾਜ਼ ਹਿਸ ਗ੍ਰੇਟੈਸਟ ਓਲੰਪਿਕ ਪ੍ਰਾਈਜ਼। ਤਾਂ ਬੱਚਿਓ ਜੈਸੀ ਓਵਨਸ ਉਸ 골ਡ ਮੈਡਲ ਨੂੰ ਆਪਣਾ ਗ੍ਰੇਟੈਸਟ ਓਲੰਪਿਕ ਪ੍ਰਾਈਜ਼ ਨਹੀਂ ਸੀ ਮੰਨਦਾ ਜੋ ਉਸਨੇ ਲੌਂਗ ਜੰਪ ਦੇ ਵਿੱਚ ਜਿੱਤਿਆ ਸੀ, ਸਗੋਂ ਲੂਜ਼ ਲੌਂਗ ਨਾਲ ਜੋ ਉਸਦੀ ਫਰੈਂਡਸ਼ਿਪ ਬਣੀ ਸੀ, ਜੋ ਦੋਸਤੀ ਲੂਜ਼ ਲੌਂਗ ਨਾਲ ਫਾਰਮ ਹੋਈ ਸੀ, ਬਣੀ ਸੀ, ਉਸ ਚੀਜ਼ ਨੂੰ ਜੈਸੀ ਓਵਨਸ ਆਪਣਾ ਗ੍ਰੇਟੈਸਟ ਓਲੰਪਿਕ ਪ੍ਰਾਈਜ਼ ਮੰਨਦਾ ਸੀ। ਲੂਜ਼ ਲੌਂਗ ਡਿਡ ਨੋਟ ਐਕਟ ਐਜ਼ ਅ ਰਾਈਵਲ। ਲੂਜ਼ ਲੌਂਗ ਨੇ ਇੱਕ ਰਾਈਵਲ ਦੀ ਤਰ੍ਹਾਂ, ਰਾਈਵਲ ਦਾ ਮਤਲਬ ਪ੍ਰਤੀਦਵੰਦੀ, ਜੋ ਉਸ ਨਾਲ ਕੰਪੀਟ ਕਰਦਾ ਹੈ, ਤਾਂ ਲੂਜ਼ ਲੌਂਗ ਨੇ ਰਾਈਵਲ ਦੇ ਤੌਰ 'ਤੇ ਜਾਂ ਵਿਰੋਧੀ ਦੇ ਤੌਰ 'ਤੇ ਕੰਮ ਨਹੀਂ ਸੀ ਕੀਤਾ, ਸਗੋਂ ਉਸਨੇ ਜੈਸੀ ਦੀ ਹੈਲਪ ਕੀਤੀ ਸੀ ਫੋਰ ਦਾ ਫਾਈਨਲ ਦੇ ਵਿੱਚ ਜਾਣ ਦੇ ਲਈ, ਲਾਈਕ ਆ ਟਰੂ ਫਰੈਂਡ, ਇੱਕ ਸੱਚੇ ਦੋਸਤ ਦੀ ਤਰ੍ਹਾਂ। ਜੇ ਲੂਜ਼ ਲੌਂਗ ਚਾਹੁੰਦਾ ਤਾਂ ਉਹ ਜੈਸੀ ਓਵਨਸ ਨੂੰ ਸ਼ਾਇਦ ਸਲਾਹ ਨਾ ਦਿੰਦਾ। ਜੇਕਰ ਲੂਜ਼ ਲੌਂਗ ਨੇ ਰਾਈਵਲ ਦੇ ਤੌਰ 'ਤੇ, ਵਿਰੋਧੀ ਦੇ ਤੌਰ 'ਤੇ ਕੰਮ ਕਰਨਾ ਹੁੰਦਾ ਤਾਂ ਬੱਚਿਓ ਫਿਰ ਉਹ ਕੀ ਕਰਦਾ? ਤਾਂ ਉਹ ਜੈਸੀ ਓਵਨਸ ਨੂੰ ਕਦੇ ਵੀ ਜਾ ਕੇ ਸਲਾਹ ਨਾ ਦਿੰਦਾ ਕਿ ਤੂੰ ਟੇਕ ਆਫ ਬੋਰਡ ਤੋਂ ਛਾਲ ਨਾ ਮਾਰ ਕੇ ਪਿੱਛੋਂ ਛਾਲ ਮਾਰ। ਉਸ ਸਮੇਂ ਜੈਸੀ ਓਵਨਸ ਦੀ ਜਿਹੜੀ ਹਾਲਤ ਸੀ ਬੱਚਿਓ ਉਹ ਪੂਰੀ ਤਰ੍ਹਾਂ ਸਹੀ ਨਹੀਂ ਸੀ, ਉਹ ਨਾਰਾਜ਼ਗੀ ਨਾਲ ਭਰਿਆ ਹੋਇਆ ਸੀ। ਉਸ ਤੋਂ ਤੀਸਰਾ ਜੰਪ ਵੀ ਗਲਤ ਹੀ ਲੱਗਦਾ ਅਤੇ ਉਹ ਫਾਈਨਲ 'ਚ ਪਹੁੰਚ ਹੀ ਨਾ ਸਕਦਾ, ਅਤੇ ਜੇ ਉਸਨੇ ਫਾਈਨਲ 'ਚ ਹੀ ਨਹੀਂ ਸੀ ਪਹੁੰਚਣਾ ਤਾਂ ਫਿਰ ਉਹ 골ਡ ਮੈਡਲ ਕਿਵੇਂ ਜਿੱਤਦਾ? ਤਾਂ ਇੱਥੋਂ ਪਤਾ ਲੱਗਦਾ ਹੈ ਕਿ ਲੂਜ਼ ਲੌਂਗ ਨੇ ਜੈਸੀ ਓਵਨਸ ਦੇ ਨਾਲ ਇੱਕ ਰਾਈਵਲ ਦੇ ਤੌਰ 'ਤੇ ਜਾਂ ਵਿਰੋਧੀ ਦੇ ਤੌਰ 'ਤੇ ਕੰਮ ਨਹੀਂ ਕੀਤਾ, ਸਗੋਂ ਇੱਕ ਸੱਚੇ ਦੋਸਤ ਦੀ ਤਰ੍ਹਾਂ ਉਸਨੇ ਕੰਮ ਕੀਤਾ, ਉਸ ਨੂੰ ਚੰਗੀ ਸਲਾਹ ਦਿੱਤੀ, ਜਿਸ ਨੂੰ ਮੰਨ ਕੇ ਜੈਸੀ ਓਵਨਸ ਫਾਈਨਲ ਤੱਕ ਪਹੁੰਚ ਗਿਆ। He was an epitome of true friendship and sportsmanship। ਤਾਂ ਹੀ ਦਾ ਮਤਲਬ ਇੱਥੇ ਲੂਜ਼ ਲੌਂਗ ਤੋਂ ਹੀ ਹੈ ਕਿ ਲੂਜ਼ ਲੌਂਗ
ਇੱਕ ਸੱਚੀ ਮਿੱਤਰਤਾ ਅਤੇ ਇੱਕ ਸੱਚੇ ਖਿਡਾਰੀ ਦੀ ਅਪਿਟਮੀ ਸੀ। ਅਪਿਟਮੀ ਦਾ ਮਤਲਬ ਹੁੰਦਾ ਬੱਚਿਓ ਪਰਫੈਕਟ ਐਗਜ਼ਾਮਪਲ, ਕਿ ਕੋਈ ਇੱਕ ਵਧੀਆ ਐਗਜ਼ਾਮਪਲ, ਸਭ ਤੋਂ ਵਧੀਆ ਐਗਜ਼ਾਮਪਲ ਜੋ ਕਿ ਇੱਕ ਪਰਫੈਕਟ ਚੀਜ਼ ਹੋਵੇ, ਉਸ ਦੀ ਕੋਈ ਐਗਜ਼ਾਮਪਲ ਹੋਵੇ, ਉਸ ਨੂੰ ਅਪਿਟਮੀ ਕਹਿੰਦੇ ਆ। ਤਾਂ ਉਹ ਉਸ ਦੀ ਇੱਕ ਅਪਿਟਮੀ ਸੀ, ਕਿਉਂਕਿ ਉਹ ਬਹੁਤ ਹੀ ਵਧੀਆ ਸਪੋਰਟਸ ਪਰਸਨ ਸੀ ਅਤੇ ਬਹੁਤ ਹੀ ਵਧੀਆ ਫਰੈਂਡ ਸੀ। ਤਾਂ ਬੱਚੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 1936 ਦੇ ਵਿੱਚ ਜਿਹੜੀਆਂ ਬਰਲਿਨ ਓਲੰਪਿਕਸ ਹੋਈਆਂ ਸੀ, ਉਸ ਦੇ ਵਿੱਚ ਜੈਸੀ ਓਵਨਸ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਸੀ। ਸੈਕਿੰਡ ਪੋਜੀਸ਼ਨ 'ਤੇ ਲੂਜ਼ ਲੌਂਗ ਰਿਹਾ ਸੀ, ਉਸ ਨੂੰ ਸਿਲਵਰ ਮਿਲਿਆ ਸੀ। ਅਤੇ ਮੈਂ ਤੁਹਾਨੂੰ ਬੱਚਿਓ ਇਹ ਵੀ ਦੱਸਣਾ ਚਾਹਾਂਗਾ ਕਿ ਉਹਨਾਂ ਓਲੰਪਿਕਸ ਦੇ ਵਿੱਚ ਹੀ ਜੈਸੀ ਓਵਨਸ ਨੇ ਟੋਟਲ 4 ਗੋਲਡ ਮੈਡਲ ਪ੍ਰਾਪਤ ਕੀਤੇ ਸੀ। ਉਸ ਨੇ ਲੌਂਗ ਜੰਪ ਦੇ ਵਿੱਚ ਤਾਂ ਗੋਲਡ ਮੈਡਲ ਲਿਆ ਹੀ ਸੀ, ਉਸ ਨੇ 100 ਮੀਟਰ, 200 ਮੀਟਰ ਅਤੇ 4x100 ਮੀਟਰ ਰਿਲੇ ਦੇ ਵਿੱਚ ਵੀ ਗੋਲਡ ਮੈਡਲ ਲਿਆ ਸੀ। ਤਾਂ ਟੋਟਲ ਉਸ ਨੇ 4 ਗੋਲਡ ਮੈਡਲ ਲਏ ਸੀ। ਇਸੇ ਦੇ ਨਾਲ ਬੱਚਿਓ ਸਾਡੇ ਸਾਰੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਅਤੇ ਮਲਟੀਪਲ ਟਾਈਪ ਕੁਐਸਚਨ ਆਨਸਰਸ ਕਵਰ ਹੁੰਦੇ ਨੇ। ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰੇ ਕੁਐਸਚਨ ਆਨਸਰ ਸਮਝ ਆ ਗਏ ਹੋਣਗੇ। ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਤੇ ਮੈਂ ਆਪਣੇ ਦੁਆਰਾ ਬਣਾਏ ਹੋਏ ਡੀਅਰ ਟੂ ਆਲ ਦਾ ਮਿਊਜ਼ਿਕ ਦੇ ਹੋਰ ਬਹੁਤ ਸਾਰੇ ਚੈਪਟਰਸ ਦੇ ਕੁਐਸਚਨ ਆਨਸਰਸ ਦੇ ਵੀਡੀਓਜ਼ ਦੇ ਲਿੰਕ ਤੁਹਾਨੂੰ ਸਕਰੀਨ ਦੇ ਉੱਪਰ ਸ਼ੇਅਰ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਕਿਸੇ ਹੋਰ ਚੈਪਟਰ ਨੂੰ ਲੈ ਕੇ ਮਿਲਦੇ ਹਾਂ ਜੀ। ਫਿਰ ਮਿਲਾਂਗੇ। ਧੰਨਵਾਦ।